ਰੋਜ਼ਾਨਾ ਲੋਕ ਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਕੁਝ ਵੱਡੀਆਂ ਖਬਰਾਂ ਤੇ ਦੇਸ਼ ਤੋਂ ਬਾਹਰਲੀਆਂ ਕੁਝ ਅਹਿਮ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀ ਜਿਹੜੀ ਵੱਡੀ ਖਬਰ ਹੈ। ਕੱਲ ਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਆ ਜਿਹੜੇ ਹਲਕਾ ਖੇਮਕਰਨ ਦੇ ਵਿੱਚ ਰੈਲੀ ਕਰਨ ਜਾ ਰਹੇ ਨੇ। ਦੱਸ ਦਈਏ ਕਿ ਹਲਕਾ ਖੇਮਕਰਨ ਦੀ ਟਿਕਟ ਨੂੰ ਲੈ ਕੇ ਬਾਦਲਾਂ ਦੇ ਕਰੀਬੀ ਵਿਰਸਾ ਸਿੰਘ ਵਲਟੋਹਾ ਅਤੇ ਜਿਹੜੇ ਬਾਦਲਾਂ ਦੇ ਜਵਾਈ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਮਣੋ ਸਾਹਮਣੇ ਨੇ। ਇਸ ਰੈਲੀ ਤੋਂ ਬਾਅਦ ਕੀ ਸਮੀਕਰਨ ਬਣਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਜਿਹੜੀ ਉਹਨਾਂ ਦੀ ਬੇਟੀ ਹੈ ਪ੍ਰਨੀਤ ਕੌਰ, ਕੀ ਉਹ ਪਾਰਟੀ ਤੋਂ ਬਾਹਰ ਜਾਂਦੇ ਨੇ, ਕੀ ਪਰਿਵਾਰ ਤੋਂ ਬਾਗੀ ਹੁੰਦੇ ਨੇ। ਉਸ ਰੈਲੀ ਤੋਂ ਬਾਅਦ ਕੀ ਕੁਝ ਹੋਣ ਵਾਲਾ ਹੈ ਉਸ ਤੇ ਵਿਚਾਰ ਚਰਚਾ ਕਰਾਂਗੇ। ਬਾਅਦ ਚ ਵਿਚਾਰ ਚਰਚਾ ਕਰਾਂਗੇ ਕਿ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਪਾਕਿਸਤਾਨ ਦੇ ਨਾਲ ਕੀਤੀ ਗਈ ਹੈ। ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਦੇ ਤੇ ਵਿਚਾਰ ਚਰਚਾ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਯੂਪੀ ਦੌਰਾ ਹੈ ਉਹ ਵਿਵਾਦਾਂ ਦੇ ਵਿੱਚ ਹੈ। ਯੂਪੀ ਦੇ ਇੱਕ ਮੰਤਰੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਪੰਜਾਬ ਦੀ ਜੇਲ੍ਹ 'ਚ ਬੰਦ ਮਸ਼ਹੂਰ ਗੈਂਗਸਟਰ ਮੁਖਤਾਰ ਅੰਸਾਰੀ ਹੈ, ਸੁਖਜਿੰਦਰ ਰੰਧਾਵਾ ਦੇ ਵੱਲੋਂ ਉਹਦੇ ਕਰੀਬੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਤਾਂ ਕੀ ਇਹ ਵਿਵਾਦ ਹੈ, ਇਸ ਤੇ ਵਿਚਾਰ ਚਰਚਾ ਕਰਾਂਗੇ। ਬਾਅਦ 'ਚ ਗੱਲਬਾਤ ਕਰਾਂਗੇ ਕਿ ਸਾਡੇ ਗਵਾਂਢੀ ਦੇਸ਼ ਦੇ ਵਿੱਚ ਜਿਹੜਾ ਲਹਿੰਦਾ ਪੰਜਾਬ ਹੈ, ਪਾਕਿਸਤਾਨ ਦੇ ਵਿੱਚ ਜਿਹੜਾ ਲਹਿੰਦਾ ਪੰਜਾਬ ਹੈ, ਉੱਥੇ ਅੱਜ ਪੰਜਾਬੀ ਸੱਭਿਆਚਾਰ ਦਿਵਸ ਮਨਾਇਆ ਜਾ ਰਿਹਾ ਹੈ। ਤਾਂ ਗੱਲਬਾਤ ਕਰਾਂਗੇ ਤੇ ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕ ਨਾਟ ਟੀਵੀ ਤੇ। ਥੈਂਕ ਯੂ ਸੁਖਵਿੰਦਰ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਆਰ ਆਲ ਵਿਊਅਰਸ। ਅੱਜ ਸੰਡੇ ਦਾ ਦਿਨ ਹੈ ਤੇ ਬੜੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਸਾਡੇ ਸਾਹਮਣੇ ਆ ਰਹੀਆਂ ਇੱਧਰੋਂ ਉੱਧਰੋਂ। ਕੁਝ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ, ਕੁਝ ਦੇਸ਼ ਦੀ ਰਾਜਨੀਤੀ ਨਾਲ ਸੰਬੰਧਿਤ, ਕੁਝ ਦੁਨੀਆ ਦੀ ਰਾਜਨੀਤੀ ਨਾਲ ਸੰਬੰਧਿਤ। ਸੋ ਉਹਨਾਂ ਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਪਹਿਲਾਂ ਕਿਹੜੀ ਖਬਰ ਲੈਣੀ ਚਾਹੁੰਦੇ ਹੋ ਤੁਸੀਂ? ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀ ਸਿਆਸਤ ਦੀ ਗੱਲਬਾਤ ਕਰਾਂਗੇ ਕਿਉਂਕਿ ਵੱਡੀ ਖਬਰ ਇਸ ਲਈ ਹੈ ਕਿਉਂਕਿ ਇਹ ਬਾਦਲ ਪਰਿਵਾਰ ਨਾਲ ਸੰਬੰਧਿਤ ਹੈ। ਬਾਦਲ ਪਰਿਵਾਰ ਦੇ ਇੱਕ ਜਿਹੜੇ ਪਹਿਲਾਂ ਜੀ ਸੀਗੇ ਮਨਪ੍ਰੀਤ ਬਾਦਲ, ਉਹ ਤਾਂ ਪਰਿਵਾਰ ਅਤੇ ਪਾਰਟੀ ਨੂੰ ਛੱਡ ਹੀ ਗਏ ਸੀ। ਤਾਂ ਹੁਣ ਸਥਿਤੀ ਬਾਦਲ ਦੀ ਧੀ ਪ੍ਰਨੀਤ ਕੌਰ ਜਿਹੜੀ ਸਕੀ ਧੀ ਆ ਉਹਨਾਂ ਦੀ ਤੇ ਉਹਨਾਂ ਦੇ ਜਵਾਈ ਜਿਹੜੇ ਹੈਗੇ ਆ ਉਹਨਾਂ ਦੇ ਵੀ ਇਹੋ ਜਿਹੀ ਸਥਿਤੀ ਬਣ ਚੁੱਕੀ ਹੈ ਕਿ ਹੋ ਸਕਦਾ ਕਿ ਉਹ ਵੀ ਪਾਰਟੀ ਛੱਡ ਜਾਣ। ਕੱਲ ਜਿਹੜੀ ਸੁਖਬੀਰ ਬਾਦਲ ਦੀ ਰੈਲੀ ਹੋ ਰਹੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਖੇਮਕਰਨ ਹਲਕੇ ਦੀ ਟਿਕਟ ਨੂੰ ਲੈ ਕੇ ਜਿਹੜੀ ਹੈਗੀ ਹੈ ਉੱਥੇ ਆਮੋ ਸਾਹਮਣੇ ਹੋਏ ਨੇ ਬਾਦਲਾਂ ਦੇ ਕਰੀਬੀ ਤੇ ਬਾਦਲਾਂ ਦੇ ਜਵਾਈ। ਤਾਂ ਸੁਖਬੀਰ ਬਾਦਲ ਦੀ ਕੱਲ ਰੈਲੀ ਹੈ, ਉਸ ਰੈਲੀ ਤੋਂ ਬਾਅਦ ਕੀ ਸਮੀਕਰਨ ਬਣ ਗਏ ਭੋਗਲ ਸਾਹਿਬ, ਇਹ ਸਮਝਣਾ ਚਾਹਾਂਗੇ ਅਸੀਂ ਵੀ ਤੇ ਸਾਡੇ ਦਰਸ਼ਕ ਵੀ। ਸੁਖਵਿੰਦਰ, ਬੜੀ ਦੇਰ ਤੋਂ ਇਹ ਇੱਕ ਦਰਾਰ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਸ਼ੁਰੂ ਹੋਈ, ਜਿਹੜੀ ਵੱਧਦੀ ਹੁਣ ਇਸ ਕਗਾਰ ਤੇ ਆ ਗਈ ਕਿ ਅਕਾਲੀ ਦਲ ਦੇ ਵਿੱਚ ਇੱਕ ਵਾਰ ਫੇਰ ਜਿਹੜਾ ਹੈ ਉਹ ਇੱਕ ਹਿੱਸਾ ਅਕਾਲੀ ਦਲ ਦਾ ਸ਼ਾਇਦ ਉਸ ਤੋਂ ਅਲੱਗ ਹੋ ਜਾਵੇ, ਜੋ ਸਾਨੂੰ ਇੰਡੀਕੇਸ਼ਨ ਨਜ਼ਰ ਆ ਰਹੀ ਹੈ। ਮਾਮਲਾ ਇਹ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਿਹੜੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੇ, ਗ੍ਰੈਂਡਸਨ ਨੇ, ਜਿਹੜੇ ਮਰਹੂਮ ਮੁੱਖ ਮੰਤਰੀ ਪੰਜਾਬ ਦੇ ਹੋਏ, ਜਿਨ੍ਹਾਂ ਦੀ ਅੱਜ ਵੀ ਬਹੁਤ ਇੱਜ਼ਤ ਦੇ ਨਾਲ ਨਾਮ ਲਿਆ ਜਾਂਦਾ ਹੈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਨੇ। ਔਰ ਪਿਛਲੇ ਤਕਰੀਬਨ 4 ਟਰਮਸ ਤੋਂ ਉਹ ਪੱਟੀ ਤੋਂ ਜਿਹੜਾ ਹੈ MLA ਚਲੇ ਆਏ ਨੇ ਔਰ ਜਿਹੜੀ ਬਾਦਲ ਮਿਨਿਸਟਰੀ ਸੀ ਉਹਦੇ ਵਿੱਚ ਉਹ ਫੂਡ ਐਂਡ ਸਿਵਲ ਸਪਲਾਈਜ਼ ਮਿਨਿਸਟਰ ਵੀ ਰਹੇ, ਉਹਨਾਂ ਕੋਲ ਹੋਰ ਵੀ ਅਹੁਦੇ ਰਹੇ। ਲੇਕਿਨ ਅਕਾਲੀ ਦਲ ਦੇ ਵਿੱਚ ਜਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਕੜ ਜਿਹੜੀ ਹੈ ਹੌਲੀ ਹੌਲੀ ਢਿੱਲੀ ਹੋਈ ਹੈ, ਉਹਨਾਂ ਦੀ ਵੱਧਦੀ ਉਮਰ ਕਰਕੇ ਔਰ ਦੂਸਰੇ ਹੋਰ ਮਸਲਿਆਂ ਕਰਕੇ, ਤਾਂ ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋਈਆਂ। ਪਹਿਲਾਂ ਬਾਦਲ ਸਾਹਿਬ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਉਹਨਾਂ ਤੋਂ ਵੱਖ ਹੋ ਕੇ ਕਾਂਗਰਸ ਦੇ ਵਿੱਚ ਗਏ। ਫਿਰ ਕਾਫੀ ਸਮੇਂ ਤੋਂ ਇਹ ਜਿਹੜੀ ਹੈ ਆਦੇਸ਼ ਪ੍ਰਤਾਪ ਸਿੰਘ ਦੀ ਜਿਹੜੀ ਹੈ ਨਾਰਾਜ਼ਗੀ ਆਪਣੇ ਸਾਲੇ ਸੁਖਬੀਰ ਸਿੰਘ ਬਾਦਲ ਨਾਲ ਚੱਲਦੀ ਆ ਰਹੀ ਸੀ। ਉਸ ਨਾਰਾਜ਼ਗੀ ਦੀ ਵਜ੍ਹਾ ਵਿਕਰਮ ਸਿੰਘ ਮਜੀਠੀਆ ਹੈ। ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦਾ ਸਾਲਾ ਹੈ ਔਰ ਜਦੋਂ ਤੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੀ ਰਾਜਨੀਤੀ ਸਰਗਰਮ ਹੋਇਆ, ਉਹ ਵੀ ਮਾਝੇ ਤੋਂ ਹੈ। ਤੇ ਮਾਝੇ ਦੇ ਵਿੱਚ ਸੁਪਰੀਮੇਸੀ ਦੀ ਜਿਹੜੀ ਹੈ ਇੱਕ ਕੰਪੀਟੀਸ਼ਨ ਜਿਹੜਾ ਹੈ, ਮੁਕਾਬਲਾ ਸ਼ੁਰੂ ਹੋ ਗਿਆ ਕਿ ਮਾਝੇ 'ਚ ਅਕਾਲੀ ਦਲ ਦਾ ਸਿਰਕੱਢ ਨੇਤਾ ਕੌਣ ਹੋਏਗਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਏਗਾ ਜਾਂ ਵਿਕਰਮ ਸਿੰਘ ਮਜੀਠੀਆ ਹੋਏਗਾ। ਤੋ ਉਸ ਤੋਂ ਉਹ ਜਿਹੜੇ ਮਸਲੇ ਨੇ ਉਹਨਾਂ ਦਾ ਪਰਿਵਾਰਿਕ ਸੰਬੰਧਾਂ ਦੇ ਉੱਤੇ ਵੀ ਅਸਰ ਪਿਆ। ਇਹ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਅਗਾਹੇ ਬਗਾਹੇ ਕਿ ਸੁਖਬੀਰ ਸਿੰਘ ਬਾਦਲ ਔਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਸ ਦੇ ਵਿੱਚ ਉਹਨਾਂ ਦੀ ਬੋਲਚਾਲ ਵੀ ਨਹੀਂ ਹੈ, ਸਾਲੇ ਭਨੋਈਏ ਦੀ ਬੋਲਚਾਲ ਵੀ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਇਹ ਖਬਰ ਕਿੰਨੀ ਸੱਚ ਹੈ, ਪਰ ਅਕਸਰ ਇਹ ਖਬਰ ਸੁਣਨ ਨੂੰ ਮਿਲਦੀ ਆ ਰਹੀ ਹੈ। ਤੇ ਹੁਣ ਕੀ ਹੋ ਰਿਹਾ ਕਿ ਕਾਫੀ ਪਿਛਲੇ ਸਮੇਂ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣੇ ਸਮਰਥਕਾਂ ਦੀਆਂ ਮੀਟਿੰਗਾਂ ਜਿਹੜੀਆਂ ਹੈ ਉਹ ਪੱਟੀ ਦੇ ਹਲਕੇ ਦੇ ਵਿੱਚ ਆ ਕੇ ਕਰਦੇ ਰਹੇ ਨੇ ਔਰ ਫਿਰ ਉਹਨਾਂ ਨੇ ਆਲੇ ਦੁਆਲੇ ਜਿਹੜੇ ਉਹਨਾਂ ਦੇ ਜਿੱਥੇ ਵੀ ਉਹਨਾਂ ਦੇ ਸਮਰਥਕ ਬੈਠੇ ਨੇ ਉਹ ਉਹਨਾਂ ਨੂੰ ਬੁਲਾ ਕੇ ਮੀਟਿੰਗਸ ਕਰਦੇ ਰਹੇ ਨੇ। ਔਰ ਪਿੱਛੇ ਜੇ 3-4 ਦਿਨ ਪਹਿਲਾਂ ਉਹਨਾਂ ਦਾ ਬਿਆਨ ਆਇਆ ਕਿ
ਖੇਮਕਰਨ ਹਲਕੇ ਤੋਂ ਵੀ ਇਸ ਵਾਰ ਉਹਨਾਂ ਦੇ ਪਰਿਵਾਰ ਦਾ ਹੀ ਕੋਈ ਵਿਅਕਤੀ ਜਿਹੜਾ ਹੈ ਇਲੈਕਸ਼ਨ ਲੜੇਗਾ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਤੋਂ ਵੀ ਉਹਨਾਂ ਨੇ ਕਿਹਾ ਕਿ ਉਹ ਉੱਥੋਂ ਵੀ ਆਪਣਾ ਹੀ ਕੋਈ ਉਮੀਦਵਾਰ ਖੜਾਉਣਾ ਚਾਹੁੰਗੇ। ਯਾਨੀ ਉਹਨਾਂ ਨੇ ਸਪਸ਼ਟ ਇਹ ਕਿਹਾ ਕਿ ਉਹ ਮਾਝੇ ਇਲਾਕੇ ਦੇ ਵਿੱਚ ਜਿਹੜੇ ਉਮੀਦਵਾਰ ਆਉਣਗੇ ਉਹ ਉਹਨਾਂ ਦੀ ਮਰਜ਼ੀ ਦੇ ਹੋਣਗੇ, ਨਾ ਕਿ ਜਿਹੜੀ ਉਹਨਾਂ ਦਾ ਵਿਰੋਧੀ ਜਾਂ ਉਹਨਾਂ ਦਾ ਜਿਹੜਾ। ਤੁਹਾਡੀ ਗੱਲ ਠੀਕ ਹੈ ਭੋਗਲ ਸਾਹਿਬ। ਉੱਥੇ ਜਿਹੜੇ ਤੁਸੀਂ ਹਲਕੇ ਦਾ ਨਾਮ ਲਿਆ ਉੱਥੋਂ ਵੀ ਜਿਹੜਾ ਹੈਗਾ ਕਾਲੋ ਪਰਿਵਾਰ ਤੇ ਲੋਧੀ ਨੰਗਲ ਜਿਹੜੇ ਹੈਗੇ ਉੱਥੋਂ ਆਮਣੋ ਸਾਹਮਣੇ ਹੋ ਗਏ ਨੇ ਟਿਕਟ ਨੂੰ ਲੈ ਕੇ। ਹਾਂ ਬਿਲਕੁਲ ਬਿਲਕੁਲ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਇੱਕ ਇਸ਼ਾਰਾ ਕਰਦੀ ਹੈ ਕਿ ਆਦੇਸ਼ ਪ੍ਰਤਾਪ ਸਿੰਘ ਉਸ ਹਲਕੇ ਦੇ ਵਿੱਚ ਆਪਣੀ ਸੁਪਰੀਮੇਸੀ ਨੂੰ ਇਸਟੈਬਲਿਸ਼ ਦੁਆਰਾ ਕਰਨੀ ਚਾਹੁੰਦੇ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕਿਉਂਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੇ ਔਰ ਉਸ ਪਰਿਵਾਰ ਦਾ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਮਾਝੇ ਦੇ ਵਿੱਚ ਅਜੇ ਵੀ ਓਨਾ ਹੀ ਸਤਿਕਾਰ ਹੈ, ਕਿਉਂਕਿ ਬਹੁਤ ਹੀ ਮਹੱਤਵਪੂਰਨ ਮੁੱਖ ਮੰਤਰੀ ਰਹੇ ਨੇ, ਬਹੁਤ ਹੀ ਮਹਾਨ ਨੇਤਾ ਪੰਜਾਬ ਦੇ ਰਹੇ ਨੇ। ਔਰ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਲੱਗਦੀ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਪੰਜਾਬ ਨੂੰ ਉਸ ਤਰ੍ਹਾਂ ਦਾ ਨੇਤਾ ਹੀ ਨਹੀਂ ਮਿਲਿਆ ਜਿਸ ਕਰਕੇ ਪੰਜਾਬ ਦੀ ਦੁਰਦਸ਼ਾ ਹੁੰਦੀ ਅੱਜ ਅਸੀਂ ਇਸ ਲੈਵਲ ਤੱਕ ਪਹੁੰਚ ਗਏ ਹਾਂ। ਤੇ ਸ਼ਾਇਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਅਹਿਸਾਸ ਹੋ ਰਿਹਾ ਕਿ ਉਹਨਾਂ ਦੇ ਪਰਿਵਾਰ ਦਾ ਐਡਾ ਵੱਡਾ ਪਿਛੋਕੜ ਹੈ ਤੇ ਕਿਉਂ ਨਹੀਂ ਉਸ ਨੂੰ ਜਿਹੜਾ ਹੈ ਉਹ ਰੀਕਲੇਮ ਕਰ ਰਹੇ। ਤੋ ਇਸ ਕਰਕੇ ਇਹ ਜਿਹੜੀ ਹੈ ਪਰਿਵਾਰਿਕ ਝਗੜਾ ਜਿਹੜਾ ਹੈਗਾ ਬਾਦਲ ਪਰਿਵਾਰ ਦਾ, ਕਿਉਂਕਿ ਅਕਾਲੀ ਦਲ ਜਿਹੜਾ ਹੈਗਾ ਉਹ ਮੈਸਰਸ ਪ੍ਰਕਾਸ਼ ਸਿੰਘ ਬਾਦਲ ਐਂਡ ਸੰਸ ਹੀ ਹੋ ਚੁੱਕਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਪਰਿਵਾਰ ਤੋਂ ਬਾਹਰ ਕਿਸੇ ਨੂੰ ਵੀ ਉਹ ਬਰਦਾਸ਼ਤ ਨਹੀਂ ਕਰਦੇ। ਤੋ ਹੁਣ ਇਹ ਜਿਹੜੀ ਚੀਜ਼ ਹੈਗੀ ਹੈ ਇਹ ਇਸ ਪਾਸੇ ਨੂੰ ਸਪਸ਼ਟ ਇਸ਼ਾਰਾ ਕਰ ਰਹੀ ਹੈ। ਔਰ ਫਿਰ ਖਬਰਾਂ ਇਹ ਮਿਲ ਰਹੀਆਂ ਕਿ ਕੱਲ ਜਿਹੜੀ ਸੁਖਬੀਰ ਸਿੰਘ ਬਾਦਲ ਰੈਲੀ ਕਰ ਰਹੇ ਆ ਉਹਦੇ ਵਾਸਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੋਈ ਸੱਦਾ ਪੱਤਰ ਵੀ ਨਹੀਂ ਭੇਜਿਆ ਗਿਆ। ਔਰ ਆਦੇਸ਼ ਪ੍ਰਤਾਪ ਸਿੰਘ ਸਾਡੇ ਜ਼ਰਾਇਆਂ ਤੋਂ ਖਬਰ ਮਿਲਦੀ ਹੈ ਕਿ ਅੱਜ ਉਹ ਚੰਡੀਗੜ੍ਹ ਬੈਠੇ ਨੇ ਔਰ ਕੋਈ ਵੀ ਕਿਸੇ ਕਿਸਮ ਦਾ ਵੀ ਇਸ ਜਿਹੜੀ ਰੈਲੀ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਨਜ਼ਰ ਆ ਰਿਹਾ। ਤੋ ਕੱਲ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਦੇ ਕੈਂਪ ਜਿਹੜਾ ਹੈ ਉਹ ਕਲੇਮ ਕਰ ਰਿਹਾ ਕਿ ਆ ਕੇ ਘੋਸ਼ਣਾ ਕਰਨਗੇ ਕਿ ਇੱਥੋਂ ਕੈਂਡੀਡੇਟ ਜਿਹੜੇ ਹੈ ਵਿਰਸਾ ਸਿੰਘ ਵਲਟੋਹਾ ਹੀ ਹੋਣਗੇ। ਤੇ ਜੇ ਉਹ ਇਸ ਤਰ੍ਹਾਂ ਦਾ ਐਲਾਨ ਉੱਥੋਂ ਕਰ ਦਿੰਦੇ ਆ ਤਾਂ ਫਿਰ ਕੋਈ ਕੁਝ ਹੋਰ ਨਹੀਂ ਰਹਿ ਜਾਂਦਾ। ਫਿਰ ਇਹ ਸਪਸ਼ਟ ਹੋ ਜਾਏਗਾ ਕਿ ਅਕਾਲੀ ਦਲ ਦੇ ਵਿੱਚੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਵੱਖਰੀ ਸਮਝੇ ਜਾਣਗੇ। ਉਸ ਤੋਂ ਬਾਅਦ ਉਹ ਕੀ ਰਾਜਨੀਤਿਕ ਰੁਖ ਅਖਤਿਆਰ ਕਰਦੇ ਹੈ, ਆਪਣਾ ਕੋਈ ਦਲ ਬਣਾਉਂਦੇ ਹੈ ਜਾਂ ਕਿਸੇ ਹੋਰ ਪਾਰਟੀ ਨਾਲ ਸ਼ਾਮਿਲ ਹੁੰਦੇ ਹੈ, ਮੁਸ਼ਕਿਲ ਇਹਨੂੰ ਕਹਿਣਾ ਹਜੇ ਤੱਕ ਤਾਂ ਮੁਸ਼ਕਿਲ ਹੈ। ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਹੀ ਹੈ ਕਿ ਰੈਲੀ ਤੋਂ ਬਾਅਦ ਜੇਕਰ ਟਿਕਟ ਅਨਾਉਂਸ ਹੋ ਜਾਂਦੀ ਹੈ ਤਾਂ ਫਿਰ ਉਹ ਬਾਗੀ ਰੁਖ ਅਖਤਿਆਰ ਕਰ ਸਕਦੇ ਆ, ਪਰ ਜਿਸ ਤਰੀਕੇ ਦੇ ਨਾਲ ਰੈਲੀ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਵਿਵਹਾਰ ਹੋ ਰਿਹਾ ਹੈ, ਇੱਕ ਤਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਸਾਲੇ ਨੇ, ਉਹਨਾਂ ਦੇ ਖਿਲਾਫ ਕੋਈ ਬੋਲਣ ਦੀ ਜੁਰਤ ਨਹੀਂ ਕਰਦਾ। ਤਾਂ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਬੋਲਦੇ ਨੇ ਬਾਦਲ ਪਰਿਵਾਰ ਦੇ ਜਵਾਈ ਦੇ ਵਿਰੁੱਧ, ਤਾਂ ਹੁਣ ਜਦੋਂ ਰੈਲੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਸੇ ਹੀ ਜ਼ਿਲ੍ਹੇ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਚੋਣ ਲੜਦੇ ਨੇ, ਜਿੱਥੋਂ ਉਹਨਾਂ ਦਾ ਸੰਬੰਧ ਹੈ, ਤਾਂ ਉਹਨਾਂ ਨੂੰ ਸੱਦਾ ਪੱਤਰ ਨਹੀਂ ਮਿਲਦਾ। ਇਹ ਨੂੰ ਇੰਡੀਕੇਸ਼ਨ ਨੂੰ ਕਿਵੇਂ ਦੇਖਦੇ ਹੋ ਕਿ ਰੈਲੀ ਤੋਂ ਪਹਿਲਾਂ ਵੀ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਅਣਸਿੱਧੇ ਤੌਰ ਤੇ ਪਾਰਟੀ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਹੈ? ਹਾਂ ਸੁਖਵਿੰਦਰ, ਬਿਲਕੁਲ ਉਹਨਾਂ ਨੂੰ ਪਾਰਟੀ ਤੋਂ ਬਾਹਰ ਇੱਕ ਕਿਸਮ ਦਾ ਧੱਕਿਆ ਹੀ ਜਾ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਇਸ ਚੀਜ਼ ਦਾ ਸਾਹਸ ਕਰ ਰਹੇ ਨੇ ਕਿ ਉਹ ਬਾਦਲ ਸਾਹਿਬ ਦੇ ਜਵਾਈ ਦੇ ਖਿਲਾਫ ਜਿਹੜਾ ਹੈ ਰਾਜਨੀਤਿਕ ਬਿਆਨ ਦੇਣ, ਜਦੋਂ ਕਿ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਬੋਲਣ ਦੀ ਜ਼ਰੂਰਤ ਨਹੀਂ ਕਰਦਾ। ਤਾਂ ਸਪਸ਼ਟ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਉਹ ਬੋਲ ਦੇਣ, ਉਹ ਕੁਝ ਇਸ ਤਰ੍ਹਾਂ ਦਾ ਕਰਨ ਕਿ ਆਦੇਸ਼ ਪ੍ਰਤਾਪ ਸਿੰਘ ਹੀ ਖੁਦ ਹੀ ਇਹ ਕਹਿ ਦੇਣ ਕਿ ਮੈਂ ਇਸ ਪਾਰਟੀ ਦੇ ਵਿੱਚ ਨਹੀਂ ਰਹਿਣਾ। ਸੋ ਇੱਕ ਜਿਹੜੀ ਹੈ ਮਹਿਜ਼ ਇੱਕ ਫਾਰਮੈਲਿਟੀ ਰਹਿ ਗਈ ਹੈ ਕਿ ਇਹ ਅਨਾਊਂਸ ਹੋਵੇ ਕਿ ਉਹ ਇਸ ਪਾਰਟੀ ਦੇ ਵਿੱਚ ਨਹੀਂ ਹੈ। ਉਹ ਸ਼ਾਇਦ ਕੱਲ੍ਹ ਦੀ ਰੈਲੀ ਤੋਂ ਬਾਅਦ ਇਹ ਵੀ ਆਪਣੇ ਆਪ ਜਿਹੜੀ ਹੈ ਪੂਰੀ ਹੋ ਜਾਏਗੀ, ਜਦੋਂ ਸੁਖਬੀਰ ਬਾਦਲ ਉੱਥੇ ਵਿਰਸਾ ਸਿੰਘ ਵਲਟੋਹਾ ਨੂੰ ਖੜਾ ਕਰਕੇ ਸ਼ਾਇਦ ਥਾਪੀ ਦੇ ਦੇਣ। ਹੋ ਸਕਦਾ ਸਿੱਧੇ ਤੌਰ ਤੇ ਉਹ ਟਿਕਟ ਨਾ ਅਨਾਊਂਸ ਕਰਨ ਕੱਲ੍ਹ ਵੀ, ਲੇਕਿਨ ਇਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਨ ਲੋਕਾਂ ਦੇ ਸਾਹਮਣੇ ਕਿ ਆਉਣ ਵਾਲੇ ਸਮੇਂ 'ਚ ਵਿਰਸਾ ਸਿੰਘ ਵਲਟੋਹਾ ਹੀ ਉੱਥੋਂ ਕੈਂਡੀਡੇਟ ਹੋਣਗੇ, ਤਾਂ ਫਿਰ ਕੁਝ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ। ਜੀ ਭੁੱਗਲ ਸਾਹਿਬ ਵਲਟੋਹਾ ਇਹ ਗੱਲ ਸਾਫ਼ ਕਰ ਚੁੱਕੇ ਨੇ, ਕਹਿੰਦੇ ਕਿ ਪਹਿਲੀ ਟਿਕਟ ਅਨਾਉਂਸ ਕਰਨ ਆ ਰਹੇ ਨੇ ਕੱਲ ਸੁਖਬੀਰ ਸਿੰਘ ਬਾਦਲ, ਉਹ ਵੀ ਮੇਰੀ ਕਹਿੰਦੇ ਇੱਕੋ ਹੀ ਸ਼ੁਰੂਆਤ ਹੋਈ ਹੈ, 2022 ਦਾ ਆਗਾਜ਼ ਹੋ ਰਿਹਾ। ਜੇ ਉਹ ਇੰਨੇ ਕੌਨਫੀਡੈਂਸ ਨਾਲ ਬੋਲਦੇ ਆ ਤਾਂ ਸਪਸ਼ਟ ਹੈ ਕਿ ਉਹਨਾਂ ਨੂੰ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਉਧਰੋਂ ਇਸ਼ਾਰਾ ਕਿ ਉਹੀ ਕੈਂਡੀਡੇਟ ਹੋਣਗੇ। ਤਾਂ ਫਿਰ ਸਪਸ਼ਟ ਹੈਗਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਉਹਨਾਂ ਦਾ ਪਰਿਵਾਰ ਬਾਦਲ ਅਕਾਲੀ ਦਲ ਦਾ ਹਿੱਸਾ ਜਿਹੜਾ ਹੈ ਉਹ ਨਹੀਂ ਰਹੇਗਾ। ਉਹਦੀ ਵਿਧੀਵਤ ਜਿਹੜੀ ਹੈ ਅਨਾਊਂਸਮੈਂਟ ਕਦੋਂ ਹੁੰਦੀ ਹੈ ਇਹੀ ਸਿਰਫ ਰਹਿ ਗਿਆ, ਅਦਰਵਾਈਜ਼ ਅੱਜ ਵੀ ਉਹਨਾਂ ਦੇ ਜਿਹੜੇ ਸੰਬੰਧ ਹੈ ਉਹ ਨਹੀਂ ਹੈ, ਉਹ ਇੱਕ ਕਿਸਮ ਨਾਲ ਪਾਰਟੀ ਤੋਂ ਬਾਹਰ ਹੀ ਨੇ। ਜੇ ਉਹਨਾਂ ਨੂੰ ਬੁਲਾਇਆ ਹੀ ਨਹੀਂ ਜਾ ਰਿਹਾ ਐਡੀ ਮਹੱਤਵਪੂਰਨ ਰੈਲੀ ਦੇ ਵਿੱਚ, ਤਾਂ ਇਸ ਦਾ ਸੁਨੇਹਾ ਜਿਹੜਾ ਸਪਸ਼ਟ ਤੇ ਸਾਫ਼ ਹੈਗਾ ਕਿ ਉਹਨਾਂ ਦੀ ਅਕਾਲੀ ਦਲ ਦੇ ਵਿੱਚ ਜ਼ਰੂਰਤ ਨਹੀਂ ਤੇ ਇੱਕ ਨਵੀਂ ਪੋਲੀਟੀਕਲ ਜਿਹੜਾ ਹੈ ਸਮੀਕਰਨ ਜਿਹੜਾ ਹੈ ਬਣੇਗਾ। ਉਹ ਸਮੀਕਰਨ ਕੀ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣੇ ਮਰਹੂਮ ਦਾਦਾ ਦੀ ਪਾਰਟੀ ਦੇ ਵਿੱਚ ਵਾਪਸ ਜਾਂਦੇ ਹੈ ਜਾਂ ਕੋਈ ਨਵੀਂ ਪਾਰਟੀ ਬਣਾਉਂਦੇ ਹੈ ਜਾਂ ਕੀ ਹੁੰਦਾ, ਇਸ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਫੈਸਲਾ ਹੋ ਜਾਏਗਾ।
ਕੁਝ ਥੋੜੇ ਦਿਨਾਂ ਦਾ ਇੰਤਜ਼ਾਰ ਸਾਨੂੰ ਕਰਨਾ ਪਏਗਾ। ਲੇਕਿਨ ਇਹ ਸਪਸ਼ਟ ਹੈ ਕਿ ਅਕਾਲੀ ਦਲ ਦੇ ਵਿੱਚ ਇਹ ਇੱਕ ਦੂਸਰੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਦੂਸਰੀ ਜਿਹੜੀ ਹੈ ਤੋੜ ਭੰਨ ਹੋਏਗੀ। ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੀਆਂ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਾਲੀ ਦਲ ਦੇ ਵਿੱਚ ਵਾਪਰਨਗੀਆਂ, ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਅਕਾਲੀ ਦਲ ਦੀ ਜਿਹੜੀ ਰਾਜਨੀਤਿਕ ਜਿਹੜੀ ਇਸ ਵੇਲੇ ਫੋਰਚੂਨ ਹੈ ਉਹ ਬੜੀ ਥੱਲੇ ਚਲੀ ਗਈ ਹੈ, ਕਿਉਂਕਿ ਕਿਸਾਨ ਅੰਦੋਲਨ ਦੇ ਕਰਕੇ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਹੈ ਧੱਕਾ ਵੱਜਿਆ ਔਰ ਫਿਰ ਅਕਾਲੀ ਦਲ ਦੇ ਉੱਤੇ ਜਿਹੜਾ ਪਰਿਵਾਰਿਕ ਕਬਜ਼ਾ ਹੋ ਚੁੱਕਾ ਹੈਗਾ ਬਾਦਲ ਦਾ, ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ, ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਟਾਈਲ ਆਫ ਫੰਕਸ਼ਨਿੰਗ ਹੈ ਉਸ ਤੋਂ ਬਹੁਤ ਲੋਕ ਜਿਹੜੇ ਹੈ ਉਹ ਖੁਸ਼ ਨਹੀਂ ਹੈਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਇਹ ਕੈਪੇਬਿਲਿਟੀ ਸੀ ਕਿ ਉਹ ਨਾਲ ਲੋਕਾਂ ਨੂੰ ਜੋੜ ਕੇ ਰੱਖਦੇ ਸੀ, ਸਬਰੋ ਤਹਮਲ ਨਾਲ ਕੰਮ ਲੈਂਦੇ ਸੀ, ਲੋਕਾਂ ਨੂੰ ਮਿਲਦੇ ਸੀ। ਸੁਖਬੀਰ ਬਾਦਲ ਦੇ ਵਿੱਚ ਉਸ ਤਰ੍ਹਾਂ ਦੀਆਂ ਜਿਹੜੀਆਂ ਖੂਬੀਆਂ ਨਹੀਂ ਹੈਗੀਆਂ। ਤਾਂ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋ ਰਿਹਾ ਜਦੋਂ ਤੋਂ ਕਮਾਂਡ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਆਈ ਹੈ, ਤਾਂ ਉਹ ਚੀਜ਼ ਜਿਹੜੀ ਹੈ ਵੱਧਦੀ ਰਹੇਗੀ। ਜੀ ਭੋਗਲ ਸਾਹਿਬ, ਇੱਥੇ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਗੱਲ ਕਹੀ ਹੈ ਕਿ ਜੇਕਰ ਕੱਲ੍ਹ ਨੂੰ ਅਨਾਊਂਸ ਹੋ ਜਾਂਦਾ ਵਿਰਸਾ ਸਿੰਘ ਵਲਟੋਹਾ, ਤਾਂ ਸਾਫ਼ ਤੌਰ ਤੇ ਬਿਨਾਂ ਕਹੇ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਪਾਰਟੀ ਤੋਂ ਬਾਹਰ ਹੋ। ਜੇ ਇੱਦਾਂ ਦੀ ਗੱਲ ਹੁੰਦੀ ਹੈ ਤਾਂ ਬਾਦਲ ਦੇ ਜਵਾਈ ਅਤੇ ਬਾਦਲ ਦੇ ਧੀ ਅਕਾਲੀ ਦਲ ਛੱਡ ਜਾਂਦੇ ਨੇ, ਤਾਂ ਕੀ ਨੁਕਸਾਨ ਕਿੰਨਾ ਕੁ ਹੋਊਗਾ ਪ੍ਰਕਾਸ਼ ਸਿੰਘ ਬਾਦਲ ਦੀ ਪਰਿਵਾਰ ਦਾ, ਅਕਾਲੀ ਦਲ ਦਾ? ਇਹਨਾਂ ਦਾ ਨੁਕਸਾਨ ਹੋਊਗਾ ਜ਼ਿਆਦਾ ਜਾਂ ਫਿਰ ਕੈਰੋਂ ਪਰਿਵਾਰ ਦਾ ਹੋਊਗਾ? ਤੇ ਇੱਕ ਗੱਲ ਇਹ ਵੀ ਹੈ ਕਿ ਜੇਕਰ ਇਹ ਛੱਡ ਜਾਂਦੇ ਨੇ ਤਾਂ ਕੀ ਫਿਰ ਅਕਾਲੀ ਦਲ ਦੇ ਖਿਲਾਫ ਬਾਦਲ ਦੀ ਧੀ ਚੋਣ ਲੜਦੀ ਦਿਖਾਈ ਦੇਵੇਗੀ ਖੇਮਕਰਨ ਹਲਕੇ ਤੋਂ? ਕੋਈ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਉਹ ਖੇਮਕਰਨ ਹਲਕੇ ਤੋਂ ਇਲੈਕਸ਼ਨ ਲੜਦੇ ਨੇ। ਲੇਕਿਨ ਮੈਂ ਜਿਸ ਤਰ੍ਹਾਂ ਕਹਿ ਰਿਹਾ ਕਿ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਦੋਂ ਅਕਾਲੀ ਦਲ ਚੋਂ ਹੁਣ ਬਾਹਰ ਹੋ ਗਏ ਹੈ ਤਾਂ ਉਹ ਕੀ ਰੁਖ ਅਖਤਿਆਰ ਕਰਦੇ, ਇਹ ਦੇਖਣਾ ਬੜਾ ਜ਼ਰੂਰੀ ਹੈ। ਜੇ ਤਾਂ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੁੰਦੇ ਹੈ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਉਹਨਾਂ ਨੂੰ ਇੱਕ ਟਿਕਟ ਤਾਂ ਦੇਗੀ, ਦੋ ਟਿਕਟਾਂ ਨਹੀਂ ਮਿਲਣਗੀਆਂ, ਜਾਂ ਤਾਂ ਉਹ ਆਪ ਲੜਨਗੇ ਜਾਂ ਬਾਦਲ ਸਾਹਿਬ ਦੀ ਬੇਟੀ ਕਾਂਗਰਸ ਦੀ ਟਿਕਟ ਤੇ ਲੜ ਸਕਦੀ ਹੈ। ਹਾਂ, ਜੇ ਉਹ ਆਪਣੀ ਕੋਈ ਪੋਲੀਟੀਕਲ ਪਾਰਟੀ ਬਣਾਉਂਦੇ ਹੈ ਤੇ ਫਿਰ ਉਹ ਹੋ ਸਕਦਾ ਕਿ ਆਪਣੇ ਪਰਿਵਾਰ ਦੇ ਹੀ ਕਿਸੇ ਮੈਂਬਰ ਨੂੰ ਉੱਥੋਂ ਖੜਾ ਕਰ ਦੇਣ, ਫਿਰ ਤਾਂ ਜੋ ਕਰਨਾ ਉਹਨਾਂ ਨੇ ਆਪ ਕਰਨਾ ਹੈਗਾ। ਤੋ ਇਸ ਦਾ ਜਿਹੜਾ ਹੈ ਜਵਾਬ ਸਾਨੂੰ ਉਡੀਕਣ ਲਈ ਕੁਝ ਦਿਨਾਂ ਦਾ ਇੰਤਜ਼ਾਰ ਕਰਨਾ ਪਏਗਾ। ਹਾਂ, ਜਿੱਥੋਂ ਤੱਕ ਕਿ ਉਹਦਾ ਨੁਕਸਾਨ ਕਿਹਨੂੰ ਹੋਏਗਾ, ਨੁਕਸਾਨ ਸਪਸ਼ਟ ਤੌਰ ਤੇ ਅਕਾਲੀ ਦਲ ਨੂੰ ਹੋਏਗਾ, ਕਿਉਂਕਿ ਉਸ ਇਲਾਕੇ ਦੇ ਵਿੱਚ ਕੈਰੋਂ ਪਰਿਵਾਰ ਦੀ ਜਿਹੜੀ ਹੈਗੀ ਹੈ ਹਲੇ ਵੀ ਕਾਫੀ ਜ਼ਿਆਦਾ ਗੁੱਡਵਿਲ ਹੈਗੀ ਹੈ, ਉਹਨਾਂ ਦੀ ਸਟੈਂਡਿੰਗ ਹੈਗੀ ਹੈ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਕਿਸਾਨ ਮੋਰਚੇ ਕਰਕੇ ਅਕਾਲੀ ਦਲ ਦਾ ਜਿਹੜਾ ਵੈਸੇ ਹੀ ਜਿਹੜੀ ਉਹਨਾਂ ਦੀ ਗ੍ਰਾਫ ਹੈ ਉਹ ਥੱਲੇ ਹੈਗਾ, ਤੋ ਇਸ ਤੋੜ ਭੰਨ ਦਾ ਨੁਕਸਾਨ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਹੀ ਹੋਵੇਗਾ। ਇਹਦਾ ਐਡਵਾਂਟੇਜ ਜਿਹੜਾ ਹੈਗਾ, ਇਹਦਾ ਜਿਹੜਾ ਫਾਇਦਾ ਹੈ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਾਂ ਜਿਸ ਵੀ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੁੰਦੇ ਉਹਨਾਂ ਨੂੰ ਸਪਸ਼ਟ ਤੌਰ ਤੇ। ਦੋ ਨੁਕਸਾਨ ਹੋ ਸਕਦੇ ਭੋਗਲ ਸਾਹਿਬ, ਪਹਿਲਾ ਪਾਰਟੀ ਦੇ ਤੌਰ ਤੇ, ਦੂਜਾ ਪਰਿਵਾਰਿਕ ਤੌਰ ਤੇ। ਹਾਂ, ਜ਼ਾਹਿਰ ਹੈ ਇਸ ਵੇਲੇ ਪਰਿਵਾਰ ਔਰ ਪਾਰਟੀ 'ਚ ਕੋਈ ਫਰਕ ਨਹੀਂ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਮੈਨੂੰ ਕੋਈ ਇਸ ਅਤਕਥਨੀ ਨਹੀਂ ਹੈ, ਜੇ ਮੈਂ ਅਕਾਲੀ ਦਲ ਨੂੰ ਮੈਸਰਸ ਪ੍ਰਕਾਸ਼ ਸਿੰਘ ਬਾਦਲ ਐਂਡ ਸੰਸ ਕਵਾਂ ਤੇ ਕੋਈ ਅਤਕਥਨੀ ਨਹੀਂ ਹੋਏਗੀ, ਕਿਉਂਕਿ ਸਾਰਾ ਦਾ ਸਾਰਾ ਕੰਟਰੋਲ ਜਿਹੜਾ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਆ। ਔਰ ਇਸੇ ਕਰਕੇ ਇਸ ਪਾਰਟੀ ਦਾ ਐਡੀ ਵੱਡੀ ਇਤਿਹਾਸਿਕ ਪਾਰਟੀ ਦਾ ਸਤਿਆਨਾਸ਼ ਵੀ ਜਿਹੜਾ ਹੈ ਹੋਇਆ ਹੈ। ਜੀ, ਤਾਂ ਹੁਣ ਗੱਲਬਾਤ ਆਪਾਂ ਅਗਲੀ ਖਬਰ ਦੀ ਕਰਾਂਗੇ, ਕਿਉਂਕਿ ਇਹ ਤਾਂ ਹੁਣ ਕੱਲ੍ਹ ਤੋਂ ਜਦੋਂ ਇਸ ਮਾਮਲੇ ਤੇ ਜਦੋਂ ਰੈਲੀ ਹੋਵੇਗੀ, ਸੁਖਬੀਰ ਸਿੰਘ ਬਾਦਲ ਦੀ ਰੈਲੀ ਨਿਬੜੇਗੀ, ਇਸ ਮਾਮਲੇ ਤੇ ਆਪਾਂ ਦੁਬਾਰਾ ਵਿਚਾਰ ਚਰਚਾ ਕਰਾਂਗੇ। ਪਰ ਹੁਣ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ। ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਯੂਪੀ ਦੇ ਵਿੱਚ ਭੁੱਗਲ ਸਾਹਿਬ ਦੌਰਾ ਹੋਇਆ, ਉਹ ਦੌਰਾ ਬੜਾ ਵਿਵਾਦਾਂ ਦੇ ਵਿੱਚ ਆ। ਯੂਪੀ ਦੇ ਜਿਹੜੇ ਇੱਕ ਮੰਤਰੀ ਨੇ ਸਿਧਾਰਥ ਨਾਥ, ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਆ ਕਿ ਜਿਹੜਾ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਹੈ ਗੈਂਗਸਟਰ ਮੁਖਤਾਰ ਅੰਸਾਰੀ, ਯੂਪੀ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਆ ਕੇ ਉਹਨਾਂ ਦੇ ਕਰੀਬੀਆਂ ਦੇ ਨਾਲ ਮੁਲਾਕਾਤ ਕਰਦੇ ਨੇ। ਕੀ ਕਾਰਨ ਰਿਹਾ ਜੀ ਇਸ ਮੁਲਾਕਾਤ ਦਾ ਤੇ ਇਹ ਵਿਵਾਦ ਕਿਉਂ ਖੜਾ ਹੋ ਗਿਆ? ਦੇਖੋ, ਹਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਪੰਜਾਬ ਦੇ ਜੇਲ੍ਹ ਮੰਤਰੀ ਨੇ ਉਹ ਯੂਪੀ ਕਿਸ ਕਾਰਨ ਕਰਕੇ ਗਏ ਨੇ। ਜ਼ਾਹਿਰ ਹੈ ਕੋਈ ਸਰਕਾਰੀ ਵਜ੍ਹਾ ਨਹੀਂ ਹੋ ਸਕਦੀ, ਉਹ ਆਪਣੇ ਕਿਸੇ ਨਿੱਜੀ ਦੌਰੇ ਦੇ ਉੱਤੇ ਉੱਥੇ ਗਏ ਹੋਣਗੇ ਔਰ ਉੱਥੇ ਕੁਝ ਲੋਕਾਂ ਨਾਲ ਉਹ ਮਿਲੇ। ਇਹ ਕਹਿ ਚੁੱਕੇ ਨੇ ਕਿ ਇਹ ਅਧਿਕਾਰਤ ਦੌਰਾ ਸੀਗਾ, ਨਿੱਜੀ ਦੌਰਾ ਨਹੀਂ ਸੀ। ਹਾਂ, ਫਿਰ ਉਸ ਅਧਿਕਾਰਿਕ ਦੌਰੇ ਦਾ ਵੀ ਕੋਈ ਜਿਹੜਾ ਹੈ ਸਪਸ਼ਟ ਮੰਤਵ ਨਹੀਂ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਜਿਹੜੇ ਉਹ ਮੰਤਰੀ ਨੇ ਉਹਨਾਂ ਦਾ ਕੀ ਆਫੀਸ਼ੀਅਲ ਰੀਜ਼ਨ ਕੀ ਸੀਗਾ ਉਸ ਵਿਜ਼ਿਟ ਦਾ। ਇਹ ਹਜੇ ਤੱਕ ਵੀ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਇਆ। ਇਹ ਸਵਾਲ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਵਜ੍ਹਾ ਸੀ, ਕਿਸ ਕਾਰਨ ਕਰਕੇ ਤੁਸੀਂ ਯੂਪੀ ਗਏ ਹੋ। ਜਿਹੜਾ ਮਾਮਲਾ ਜਿਹੜਾ ਕੰਟਰੋਵਰਸ਼ੀਅਲ ਮਾਮਲਾ ਹੈ ਉਹ ਦਾ ਸੰਬੰਧ ਹੈ ਮੁਖਤਾਰ ਨਕਵੀ ਦੇ ਨਾਲ, ਮੁਖਤਾਰ ਅਬਾਸ ਦੇ ਨਾਲ, ਜਿਹੜੇ ਇੱਕ ਯੂਪੀ ਦੇ ਪੋਲੀਟੀਕਲ ਪਰਸਨੈਲਿਟੀ ਨੇ ਔਰ ਇੱਕ ਨੋਨ ਗੈਂਗਸਟਰ ਨੇ। ਇਹ ਸਾਨੂੰ ਪਤਾ ਹੈ ਕਿ ਪਿਛਲੇ ਕਾਫੀ ਸਾਲਾਂ ਤੋਂ ਇਹ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਇਸ ਤਰ੍ਹਾਂ ਦੀ ਪੋਲਿਟਿਕਸ ਚੱਲਦੀ ਸੀ ਕਿ ਗੈਂਗਸਟਰਸ ਜਿਹੜੇ ਹੈ ਉਹਨਾਂ ਨੂੰ ਰਾਜਨੀਤਿਕ ਦਲ ਜਿਹੜੇ ਹੈ ਉਹ ਸ਼ੈਲਟਰ ਕਰਦੇ ਸੀ, ਚੋਣਾਂ ਜਿੱਤਣ ਲਈ ਉਹ ਬਾਹੂਬਲੀਆਂ ਵਾਲਾ ਰੋਲ ਪਲੇ ਕਰਦੇ ਸੀ, ਕਤਲ ਵੀ ਹੁੰਦੇ ਸੀ, ਬੂਥ ਕੈਪਚਰਿੰਗ ਹੁੰਦੀ ਸੀ, ਸਭ ਕੁਝ ਹੁੰਦਾ ਸੀ। ਪਰ ਹੁਣ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਵੀ ਯੂਪੀ ਬਿਹਾਰ ਵਾਲੇ ਟੈਂਡੈਂਸੀਜ਼ ਜਿਹੜੀਆਂ ਹੈਗੀਆਂ ਉਹ ਆਉਣੀਆਂ ਸ਼ੁਰੂ ਹੋ ਗਈਆਂ। ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਗੈਂਗਸਟਰ ਵੀ ਜਿਹੜੇ ਹੈਗੇ ਰਾਜਨੀਤੀ ਦੇ ਵਿੱਚ ਜਿਹੜਾ ਹੈ ਆਪਣੀ ਕਿਸਮਤ ਅਜ਼ਮਾਈ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ। ਪਿੱਛੇ ਕਿਸਾਨ ਅੰਦੋਲਨ ਦੀ ਇੱਕ ਸਟੇਜ ਵੀ ਵਰਤਣ ਦੀ ਕੋਸ਼ਿਸ਼ ਕੀਤੀ ਗਈ ਉਹੋ ਜਿਹੇ ਕਿਰਦਾਰਾਂ ਦੁਆਰਾ।
ਜਿੱਥੋਂ ਤੱਕ ਇਹਦਾ ਮੁਖਤਾਰ ਅब्बास ਦਾ ਸੰਬੰਧ ਹੈ, ਇਹ ਯੂਪੀ ਪੁਲਿਸ ਨੂੰ ਲੋੜੀਂਦੇ ਹੈ ਕਈ ਕੇਸਾਂ ਦੇ ਵਿੱਚ, ਤੇ ਇਹ ਭੱਜ ਕੇ ਪੰਜਾਬ ਆਏ। ਪੰਜਾਬ ਆ ਕੇ ਕਿਸੇ ਬਹਾਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਅਰੈਸਟ ਇਹਨਾਂ ਦੀ ਸ਼ੋਅ ਕੀਤੀ ਗਈ। ਜ਼ਾਹਿਰ ਹੈ ਪੋਲੀਟੀਕਲ ਪੈਟਰਨੇਜ ਜਿਹੜੀ ਹੈ ਕਾਂਗਰਸ ਪਾਰਟੀ ਇਹਨਾਂ ਦੀ ਕਰ ਰਹੀ ਹੈ, ਔਰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸਿਹਤਾਂ ਦੇ ਕਾਰਨਾਂ ਕਰਕੇ ਪੰਜਾਬ ਦੇ ਹਸਪਤਾਲ ਦੇ ਵਿੱਚ ਜਿਹੜਾ ਹੈ, ਜਿਸ ਤਰ੍ਹਾਂ ਕੈਦੀਆਂ ਨੂੰ ਦਿੱਤਾ ਜਾਂਦਾ, ਮੈਡੀਕਲ ਗਰਾਊਂਡਸ ਤੇ ਹਸਪੀਟਲ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਪਿਛਲੇ 2 ਸਾਲ ਤੋਂ ਵੀ ਜ਼ਿਆਦਾ ਅਰਸੇ ਦੌਰਾਨ ਇਸ ਤਰੀਕੇ ਨਾਲ ਪੰਜਾਬ ਸਰਕਾਰ ਦੀ ਪੁਸ਼ਤਪਨਾਹੀ ਨਾਲ ਮੁਖਤਾਰ ਅब्बास ਜਿਹੜਾ ਹੈ ਯੂਪੀ ਪੁਲਿਸ ਦੇ ਸ਼ਿਕੰਜੇ ਚੋਂ ਆਉਣ ਤੋਂ ਬਚਦੇ ਰਹੇ ਨੇ, ਔਰ ਹੁਣ ਵੀ ਪੂਰੀ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਨੂੰ ਯੂਪੀ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ, ਕਿਉਂਕਿ ਜ਼ਾਹਿਰ ਹੈ ਯੂਪੀ ਪੁਲਿਸ ਜਿਹੜੇ ਉਹਨਾਂ ਨੂੰ ਅਰੈਸਟ ਕਰੇਗੀ ਤਾਂ ਉਹਨਾਂ ਨੂੰ ਸਜ਼ਾ ਦੇਵੇਗੀ, ਔਰ ਫਿਰ ਯੂਪੀ ਦੇ ਵਿੱਚ ਮਾਹੌਲ ਇਸ ਯੋਗੀ ਆਦਿੱਤਿਆਨਾਥ ਦੀ ਗਵਰਨਮੈਂਟ ਦਾ ਇਸ ਤਰ੍ਹਾਂ ਦਾ ਹੈ ਕਿ ਹੋ ਸਕਦਾ ਉਹਨਾਂ ਨੂੰ ਕਿਸੇ ਮੁਕਾਬਲੇ ਦੇ ਵਿੱਚ ਗੱਡੀ ਵੀ ਚੜ੍ਹਾਤਾ ਜਾਵੇ। ਇਸ ਦੇ ਵਿੱਚ ਵੀ ਕੋਈ ਦੋ ਕਤਨੀ ਨਹੀਂ, ਕਿਉਂਕਿ ਯੂਪੀ ਦੇ ਵਿੱਚ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਹੈ ਤੇ ਇਸ ਤਰ੍ਹਾਂ ਦੇ ਐਲੀਮੈਂਟਸ ਨੂੰ ਖਾਸ ਤੌਰ ਤੇ ਜਿਹੜੇ ਮੁਸਲਿਮ ਫੇਸਿਸ ਨੇ ਉਹਨਾਂ ਨਾਲ ਬਹੁਤ ਹੀ ਬੁਰਾ ਵਿਹਾਰ ਜਿਹੜਾ ਹੈ ਉਹ ਕੀਤਾ ਜਾਂਦਾ ਰਿਹਾ ਹੈ। ਤੋ ਲੇਕਿਨ ਜੋ ਮਰਜ਼ੀ ਹੋਵੇ, ਪੰਜਾਬ ਸਰਕਾਰ ਦੇ ਉੱਤੇ ਜਿਹੜਾ ਇਹ ਦੂਸ਼ਣ ਲੱਗ ਰਿਹਾ ਕਿ ਉਹ ਲੱਖਾਂ ਰੁਪਏ ਖਰਚ ਕੇ ਜਾਂ ਕਰੋੜਾਂ ਰੁਪਏ ਖਰਚ ਕੇ ਇਸ ਗੈਂਗਸਟਰ ਨੂੰ ਕਿਉਂ ਸ਼ੈਲਟਰ ਦੇ ਰਹੀ ਹੈ, ਇਹਦਾ ਜਵਾਬ ਜਿਹੜਾ ਸਾਡੇ ਸਰਕਾਰ ਨੂੰ ਦੇਣਾ ਪਏਗਾ। ਕਿਸ ਤਰ੍ਹਾਂ ਉਹ ਇਹਨਾਂ ਦੀ ਯੂਜ਼ਫੁਲ ਹੈਗਾ, ਕਿਉਂ ਉਸ ਨੂੰ ਇਸ ਤਰੀਕੇ ਨਾਲ ਆਊਟ ਆਫ ਦ ਵੇ ਜਾ ਕੇ ਬਚਾਇਆ ਜਾ ਰਿਹਾ, ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਜ਼ਾਹਿਰ ਹੈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੰਗਦੇ ਬਣਦੇ ਆ, ਔਰ ਪੰਜਾਬ ਸਰਕਾਰ ਵੀ ਜਿਹੜਾ ਹੈ ਉਹ ਇਸ ਨੂੰ ਦੇਵੇ। ਪਿੱਛੇ ਬਿਕਰਮ ਮਜੀਠੀਆ ਨੇ ਵਿਧਾਨ ਸਭਾ ਦੇ ਵਿੱਚ ਵੀ ਇਸ ਚੀਜ਼ ਦਾ ਮੁੱਦਾ ਉਠਾਇਆ ਸੀ, ਲੇਕਿਨ ਉਸ ਦਾ ਕੋਈ ਤਸੱਲੀ ਬਖਸ਼ ਜਵਾਬ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ। ਤੋ ਲੇਕਿਨ ਅਨਫੋਰਚੂਨੇਟ ਪਾਰਟ ਇਹ ਹੈਗਾ ਕਿ ਇਹ ਸਾਡੇ ਦੇਸ਼ ਦੀ ਜਿਹੜੀ ਰਾਜਨੀਤਿਕ ਸੱਭਿਆਚਾਰ ਹੈ, ਪੋਲੀਟੀਕਲ ਕਲਚਰ ਹੈ, ਉਹਦਾ ਹਿੱਸਾ ਬਣਦਾ ਜਾ ਰਿਹਾ ਕਿ ਜਿਸ ਵਿਅਕਤੀ ਨੂੰ ਤੋਂ ਰਾਜਨੀਤਿਕ ਫਾਇਦਾ ਹੁੰਦਾ ਹੋਵੇ, ਉਹਦਾ ਜਿੰਨਾ ਮਰਜ਼ੀ ਕ੍ਰਿਮੀਨਲ ਪਿਛੋਕੜ ਰਿਹਾ ਹੋਵੇ, ਉਸ ਨੂੰ ਉਹਦੇ ਜਿਹੜੇ ਆਕਾ ਹੈ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਹੈ। ਯੂਪੀ ਦੇ ਵਿੱਚ ਖੁਦ ਅਸੀਂ ਦੇਖਦੇ ਹਾਂ ਜਿਹੜਾ ਉਹ ਦੂਬੇ ਕਾਂਡ ਹੋਇਆ, ਕਿੱਡਾ ਵੱਡਾ ਉਹ ਤੁਸੀਂ ਦੇਖੋ ਕਾਂਡ ਹੋਇਆ, ਕਿੰਨੇ ਉਹਦੇ 'ਚ ਪੁਲਿਸ ਆਫੀਸਰ ਮਰੇ, ਉਹ ਆਖਿਰਕਾਰ ਇਸ ਲੈਵਲ ਤੇ ਕਿੱਦਾਂ ਪਹੁੰਚਿਆ, ਉਹਨੂੰ ਰਾਜਨੀਤਿਕ ਜਿਹੜੀ ਹੈ ਸ਼ੈਲਟਰ ਮਿਲਦਾ ਸੀਗਾ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਗਾਹੇ ਬਗਾਹੇ ਇਸ ਤਰ੍ਹਾਂ ਦੇ ਬੜੇ ਗੈਂਗਸਟਰ ਨਜ਼ਰ ਆਉਂਦੇ ਰਹੇ ਨੇ ਜਿਹੜੇ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਉਹਨਾਂ ਦਾ ਸੰਬੰਧ ਹੁੰਦਾ ਰਿਹਾ, ਔਰ ਜਦੋਂ ਉਹ ਸੱਤਾ ਦੇ ਵਿੱਚ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਪ੍ਰੋਟੈਕਸ਼ਨ ਮਿਲਦੀ ਰਹੀ ਹੈ, ਪੁਲਿਸ ਉਹਨਾਂ ਨੂੰ ਅਰੈਸਟ ਨਹੀਂ ਕਰ ਸਕਦੀ ਸੀ, ਔਰ ਉਹ ਸ਼ਰੇਆਮ ਜਿਹੜਾ ਹੈ ਆਪਣੀਆਂ ਕਾਰਵਾਈਆਂ ਕਰਦੇ ਰਹੇ ਨੇ। ਤੇ ਮੁਖਤਾਰ ਅब्बास ਦਾ ਵੀ ਜਿਹੜਾ ਹੈਗਾ ਇਹੀ ਇੱਕ ਪਿਛੋਕੜ ਹੈਗਾ, ਔਰ ਸਾਰੀ ਕਹਾਣੀ ਉਸੇ ਹੀ ਸੱਭਿਆਚਾਰ, ਉਸੇ ਹੀ ਜਿਹੜੀ ਹੈ ਗੱਲਬਾਤ ਦੇ ਨਾਲ ਜੁੜਦੀ ਹੈ। ਤੋ ਹੈ ਤਾਂ ਇਹ ਬੜਾ ਮੰਦਭਾਗਾ, ਲੇਕਿਨ ਇਹ ਇਕੱਲਾ ਜਿਹੜਾ ਹੈ ਮੁਖਤਾਰ ਅब्बास ਨਹੀਂ, ਇਹ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਬੜੇ ਕੇਸਿਸ ਨੇ ਜਿਨ੍ਹਾਂ ਦਾ ਜਵਾਬ ਲੋਕ ਮੰਗਦੇ ਹੈ, ਸਾਡੀ ਜਿਹੜੀ ਰੂਲਿੰਗ ਕਲਾਸ ਹੈ, ਰੂਲਿੰਗ ਇਲੀਟਸ ਹੈ, ਕਿ ਕਿਉਂ ਇਸ ਤਰੀਕੇ ਨਾਲ ਹੋ ਰਿਹਾ। ਇਹ ਰਾਜਨੀਤੀ ਤੇ ਜਿਹੜਾ ਅਪਰਾਧ ਹੈ ਉਹਨਾਂ ਦਾ ਕਿਉਂ ਇਸ ਤਰ੍ਹਾਂ ਚੋਲੀ ਦਾਮਨ ਦਾ ਸਾਥ ਬਣ ਰਿਹਾ, ਕਿਉਂ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਇੰਨੀ ਗੰਦਲੀ ਇਹਨਾਂ ਲੋਕਾਂ ਕਰਕੇ ਹੋਈ ਹੈ, ਔਰ ਤੁਸੀਂ ਸ਼ਰੇਆਮ ਉਹਨਾਂ ਨੂੰ ਜਿਹੜਾ ਹੈ ਉਹ ਪ੍ਰੋਟੈਕਸ਼ਨ ਦੇ ਰਹੇ ਹੋ। ਤੇ ਇਸ ਦਾ ਜਵਾਬ ਜਿਹੜਾ ਹੈ ਪੰਜਾਬ ਸਰਕਾਰ ਦੇਵੇ, ਔਰ ਇਸ ਕਰਕੇ ਬਾਕੀ ਖੁਦ ਜਿਹੜੀ ਹੈ ਬੀਜੇਪੀ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਬੜੇ ਐਲੀਮੈਂਟਸ ਨੇ ਜਿਨ੍ਹਾਂ ਨੇ ਕ੍ਰਾਈਮ ਕੀਤੀ ਹੋਈ, ਔਰ ਜਿਨ੍ਹਾਂ ਨੂੰ ਪੁਲਿਸ ਹੱਥ ਨਹੀਂ ਪਾ ਸਕਦੀ ਕਿਉਂਕਿ ਉਹਨਾਂ ਨੂੰ ਬੀਜੇਪੀ ਆਰਐਸਐਸ ਦਾ ਜੀ ਇਹ ਮੁੱਦਾ ਉੱਠਦਾ ਹੈ। ਅਫਸੋਸ ਤਾਂ ਇਹ ਹੈ ਕਿ ਜਦੋਂ ਜਿਹਨੂੰ ਜਿਹੜਾ ਮੁੱਦਾ ਸੂਟ ਕਰਦਾ ਉਹ ਚੁੱਕ ਦਿੰਦਾ, ਲੇਕਿਨ ਇੱਕ ਵੱਡਾ ਸਵਾਲ ਨਹੀਂ ਪੁੱਛਿਆ ਜਾਂਦਾ ਕਿ ਇਹ ਦੇਸ਼ 'ਚ ਹੋ ਹੀ ਕਿਉਂ ਰਿਹਾ, ਕਿਉਂ ਇਹੋ ਜਿਹੇ ਲੋਕਾਂ ਨਾਲ, ਇਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਜਿਹੜਾ ਹੈਗਾ ਉਹ ਪੋਲੀਟੀਕਲ ਲੋਕ ਜਿਹੜਾ ਹੈ ਉਹ ਸ਼ੈਲਟਰ ਦਿੰਦੇ ਆ, ਚਾਹੇ ਉਹ ਇਕਨੋਮਿਕ ਅਫੈਂਡਰਸ ਹੋਣ। ਸਾਡੀ ਕੇਂਦਰੀ ਸਰਕਾਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਤੇ ਖੁਦ ਐਡੇ ਵੱਡੇ ਇਲਜ਼ਾਮ ਲੱਗਦੇ ਆ ਕਿ ਇੰਨੇ ਲੋਕ ਜਿਹੜੇ ਹੈ ਉਹ ਬੈਂਕਾਂ ਦੇ ਜਿਹੜੇ ਘਪਲੇ ਕਰਕੇ ਇਹਨਾਂ ਦੇ ਹਕੂਮਤ ਦੇ ਦੌਰਾਨ ਦੇਸ਼ ਤੋਂ ਬਾਹਰ ਚਲੇ ਗਏ। ਉਹ ਕਿਸ ਤਰ੍ਹਾਂ ਹੋ ਗਿਆ? ਉਹ ਵੀ ਸਾਰਾ ਇਸੇ ਹੀ ਜਿਹੜੀ ਹੈ ਲੜੀ ਹੈ ਉਹਦੀ ਹੀ ਇੱਕ ਉਸੇ ਹੀ ਕਲਚਰ ਦਾ ਹਿੱਸਾ ਹੈਗਾ। ਸੋ ਇਹ ਸਾਡੇ ਦੇਸ਼ ਦੇ ਵਿੱਚ ਬੜੀ ਜਿਹੜੀ ਮੰਦਭਾਗੀ ਇਹ ਡਿਵੈਲਪਮੈਂਟ ਹੈ, ਲੇਕਿਨ ਇਹ ਹੋ ਰਿਹਾ ਔਰ ਹਰ ਲੈਵਲ ਤੇ ਹੋ ਰਿਹਾ। ਤੋ ਹਰ ਇੱਕ ਤੋਂ ਇਹਦਾ ਜਵਾਬ ਮੰਗਣਾ ਬਣਦਾ। ਇਹ ਇਕੱਲਾ ਇਹ ਪੰਜਾਬ ਦਾ ਹੀ ਮਸਲਾ ਨਹੀਂ, ਸਾਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਜ਼ਾਰਾਂ ਕੇਸਿਸ ਨੇ, ਔਰ ਸਾਡੇ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਜਵਾਬ ਦੇ ਨੇ ਲੋਕਾਂ ਨੂੰ, ਲੇਕਿਨ ਉਹ ਜਵਾਬ ਦੇਣਾ ਮੁਯੱਸਰ ਨਹੀਂ ਸਮਝਦੇ। ਤੋ ਪਤਾ ਨਹੀਂ ਲੋਕ ਜਵਾਬ ਲੈ ਸਕਣਗੇ ਜਾਂ ਨਹੀਂ ਲੈ ਸਕਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ ਕੋਕਰ ਸਾਹਿਬ, ਗੱਲਬਾਤ ਆਪਾਂ ਅਗਲੀ ਖਬਰ ਦੀ ਕਰਦੇ ਹਾਂ। ਬਲਵੀਰ ਸਿੰਘ ਰਾਜੇਵਾਲ ਜਿਹੜੇ ਪੱਛਮੀ ਬੰਗਾਲ ਦੇ ਵਿੱਚ ਗਏ ਹੋਏ ਨੇ, ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਹੈ ਭਾਜਪਾ ਦਾ, ਉਹਨੂੰ ਰੋਕਣ ਦੇ ਲਈ ਉਹਦੇ ਖਿਲਾਫ ਜਿਹੜਾ ਗਏ ਹੋਏ ਨੇ, ਤਾਂ ਉੱਥੇ ਇੱਕ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਕਰ ਦਿੱਤੀ ਗਈ ਹੈ। ਉਹ ਕਹਿੰਦੇ ਕਿ ਪਾਕਿਸਤਾਨ ਤੋਂ ਸਾਡੇ ਦੇਸ਼ ਨੂੰ ਖਤਰਾ ਨਹੀਂ ਹੈ, ਸਾਡੇ ਦੇਸ਼ ਨੂੰ ਖਤਰਾ ਹੈ ਨਰਿੰਦਰ ਮੋਦੀ ਵਰਗੇ ਲੋਕਾਂ ਤੋਂ ਜਿਹੜੇ ਦੇਸ਼ ਨੂੰ ਵੇਚ ਰਹੇ ਨੇ। ਦੇਖੋ, ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ, ਸੰਯੁਕਤ ਕਿਸਾਨ ਮੋਰਚਾ ਨੇ, ਕਿ ਉਹ ਦੇਸ਼ ਦੇ ਵਿੱਚ ਜਿੱਥੇ ਵੀ ਚੋਣਾਂ ਹੋ ਰਹੀਆਂ ਉੱਥੇ ਜਾ ਕੇ ਮੌਜੂਦਾ ਕੇਂਦਰੀ ਬੀਜੇਪੀ ਦੀ ਸਰਕਾਰ ਦੇ ਖਿਲਾਫ ਚੋਣ ਪ੍ਰਚਾਰ ਕਰਨਗੇ, ਕਿਉਂਕਿ ਕਿਸਾਨਾਂ ਨੇ ਗਰਦਾਨ ਦਿੱਤਾ ਕਿ ਬੀਜੇਪੀ ਆਰਐਸਐਸ ਕਿਸਾਨ ਵਿਰੋਧੀ ਹੈ, ਇਸ ਕਰਕੇ ਉਹ ਦੇਸ਼ ਵਿਰੋਧੀ ਹੈ।
ਰਾਜੇਵਾਲ ਜਿਹੜੇ ਹੈ ਉਹ ਵੈਸਟ ਬੰਗਾਲ ਗਏ ਹੋਏ ਨੇ। ਵੈਸਟ ਬੰਗਾਲ, ਪੱਛਮੀ ਬੰਗਾਲ ਦਾ ਜਿਹੜਾ ਚੋਣ ਮਾਹੌਲ ਹੈ ਬਹੁਤ ਜ਼ਿਆਦਾ ਭਖਿਆ ਹੋਇਆ, ਕਿਉਂਕਿ ਮਮਤਾ ਬੈਨਰਜੀ ਇੱਕ ਬੜੀ ਹੀ ਜਿਹੜੀ ਜ਼ੋਰਦਾਰ ਨੇਤਾ ਜਾਣੀ ਜਾਂਦੀ, ਫਾਇਰ ਬ੍ਰਾਂਡ ਲੀਡਰ ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ, ਔਰ ਦੂਸਰੇ ਪਾਸੇ ਬੀਜੇਪੀ ਦੀ ਤਮਾਮ ਮਸ਼ੀਨਰੀ ਜਿਹੜੀ ਹੈ ਕੇਂਦਰ ਪ੍ਰਧਾਨ ਮੰਤਰੀ ਤੋਂ ਲੈ ਕੇ ਉਹ ਇਸ ਚੀਜ਼ ਦੇ ਉੱਤੇ ਲੱਗੀ ਹੋਈ ਹੈ ਕਿ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ ਔਰ ਬੰਗਾਲ ਨੂੰ ਜਿੱਤਿਆ ਜਾਵੇ। ਇਹ ਬੀਜੇਪੀ ਦੀ ਜਿਹੜੀ ਹੈ ਉਹ ਇੱਕ ਕਿਸਮ ਦੀ ਸਰਵਾਈਵਲ, ਇੱਕ ਕਿਸਮ ਦੀ ਜਿਹੜੀ ਹੈ ਜ਼ਿੰਦਗੀ ਮੌਤ ਦਾ ਸਵਾਲ ਉਹਨਾਂ ਨੇ ਆਪਣੇ ਆਪ ਇਸ ਨੂੰ ਚੋਣਾਂ ਨੂੰ ਬਣਾਇਆ ਹੋਇਆ। ਤੋ ਕਿਸਾਨ ਨੇਤਾ ਜਿਹੜੇ ਹੈ ਇਹ ਦੋ ਹਲਕਿਆਂ ਦੇ ਵਿੱਚ ਗਏ ਨੇ, ਇੱਕ ਨੰਦੀਗ੍ਰਾਮ ਜਿੱਥੋਂ ਮਮਤਾ ਬੈਨਰਜੀ ਆਪਣੇ ਇਲੈਕਸ਼ਨ ਲੜ ਰਹੀ ਹੈ, ਔਰ ਦੂਸਰਾ ਸਿੰਗੂਰ। ਇਹ ਦੋ ਹਲਕਿਆਂ ਦੇ ਉੱਤੋਂ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਔਰ ਉੱਥੇ ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਦੇਸ਼ ਦਾ ਸਭ ਤੋਂ ਬੜਾ ਦੁਸ਼ਮਣ ਜਿਹੜਾ ਹੈ ਨਰਿੰਦਰ ਮੋਦੀ ਹੈ, ਨਾ ਕਿ ਪਾਕਿਸਤਾਨ ਜਾਂ ਦੂਸਰੇ ਜਿਹੜੇ ਸਾਡੇ ਕੋਈ ਦੇਸ਼ਾਂ ਨਾਲ ਸੰਬੰਧ ਨਹੀਂ ਚੰਗੇ ਹੈਗੇ। ਇਸ ਦੇ ਵਿੱਚ ਮੈਨੂੰ ਤਾਂ ਕੋਈ ਅਤਕਥਨੀ ਨਹੀਂ ਲੱਗਦੀ, ਕਿਉਂਕਿ ਅੰਦਰ ਹੀ ਦੇਸ਼ ਦੇ ਜੇ ਕੋਈ ਇੱਦਾਂ ਦਾ ਨੇਤਾ ਸੱਤਾ 'ਤੇ ਕਾਬਜ਼ ਹੋ ਜਾਏ ਜਿਹੜਾ ਜਾਂ ਜਿਹਦੀ ਵਿਚਾਰਧਾਰਾ ਦੇਸ਼ ਦੇ ਲੋਕਾਂ ਨੂੰ ਤੋੜਨ ਦੀ ਹੋਵੇ, ਜਿਹੜਾ ਦੇਸ਼ ਦੇ ਆਮ ਲੋਕਾਂ ਦੀ ਜਿਹੜੀ ਅਰਥ ਵਿਵਸਥਾ ਨੂੰ ਨਾ ਸਮਝਦੇ ਹੋਏ ਕਿਸੇ ਖਾਸ ਜਿਹੜਾ ਹੈ ਸਮੂਹ ਹੈ ਉਸ ਦੇ ਹਿੱਤਾਂ ਦੀ ਜਿਹੜੀ ਹੈ ਗੱਲ ਕਰਨ ਲੱਗ ਜਾਵੇ, ਤਾਂ ਫਿਰ ਜ਼ਾਹਿਰ ਹੈ ਕਿ ਉਹ ਬਹੁਤ ਵੱਡਾ ਸਾਡੇ ਦੇਸ਼ ਲਈ ਖਤਰਾ ਪੈਦਾ ਹੋ ਜਾਂਦਾ ਹੈ। ਅਤੇ ਸਾਡੇ ਲੋਕਾਂ ਦਾ ਜਿਹੜਾ ਦੇਸ਼ ਕੀ ਹੈ, ਦੇਸ਼ ਬੇਸਿਕਲੀ ਇਸ ਦੇਸ਼ 'ਚ ਵਸਦੇ ਹੋਏ ਲੋਕ ਹੀ ਦੇਸ਼ ਨੇ, ਅਤੇ ਜੇ ਉਹਨਾਂ ਲੋਕਾਂ ਦਾ ਹਿੱਤਾਂ ਦੀ ਕੋਈ ਪੂਰਤੀ ਕਰਨ ਤੋਂ ਭੱਜਦਾ ਹੈ ਜਾਂ ਉਹਨਾਂ ਦੇ ਖਿਲਾਫ ਕੋਈ ਚੱਲਦਾ ਹੈ ਤੇ ਜ਼ਾਹਿਰ ਹੈ ਉਹ ਦੁਸ਼ਮਣ ਹੈ। ਤੋ ਇਸ ਕਰਕੇ ਗੁੱਸੇ ਦੇ ਵਿੱਚ ਬੇਸ਼ੱਕ ਦੀ ਉਹਨਾਂ ਨੇ ਕਿਹਾ, ਨਿਰਾਸ਼ਾ ਦੇ ਵਿੱਚ ਕਿਹਾ, ਪਰ ਕੋਈ ਅਤਕਥਨੀ ਨਹੀਂ ਹੈ। ਇਹ ਸਾਰੀਆਂ ਤਾਕਤਾਂ ਜਿਹੜੀਆਂ ਦੇਸ਼ ਦੇ ਲੋਕਾਂ ਨੂੰ ਵੰਡਣ 'ਚ ਲੱਗੀਆਂ ਹੋਈਆਂ, ਜਿਹੜੇ ਦੇਸ਼ ਦੀ ਜਿਹੜੀ ਹੈ ਸਬਸਿਸਟੈਂਸ ਇਕੋਨਮੀ, ਆਮ ਲੋਕਾਂ ਦੀ ਅਰਥ ਵਿਵਸਥਾ ਨੂੰ ਤਬਾਹ ਕਰਨ ਦੇ ਉੱਤੇ ਲੱਗੀਆਂ ਹੋਈਆਂ, ਲੋਕਾਂ ਦੀ ਗੱਲ ਨਹੀਂ ਸੁਣਦੀਆਂ, ਤੇ ਉਹਨਾਂ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਇਸ ਦੇਸ਼ ਦਾ ਹੋਰ ਕੀ ਹੋਏਗਾ। ਸਾਨੂੰ ਬਾਹਰੋਂ ਦੁਸ਼ਮਣ ਲਿਆਉਣ ਦੀ ਲੋੜ ਹੀ ਨਹੀਂ। ਜਦੋਂ ਸਾਡੇ ਅੰਦਰ ਹੀ ਇੱਦਾਂ ਦੇ ਜਿਹੜੇ ਹੈ ਲੋਕ ਵਿਰੋਧੀ ਸ਼ਕਤੀਆਂ ਸੱਤਾ 'ਤੇ ਕਾਬਜ਼ ਹੋਈਆਂ ਬੈਠੀਆਂ ਹੋਣ ਤਾਂ ਫਿਰ ਬਾਹਰ ਦੇ ਦੁਸ਼ਮਣਾਂ ਦੀ ਗੱਲ ਕਰਨ ਦੀ ਲੋੜ ਹੀ ਨਹੀਂ। ਤੋ ਮੇਰਾ ਖਿਆਲ ਹੈ ਰਾਜੇਵਾਲ ਸਾਹਿਬ ਨੇ ਜੋ ਕਿਹਾ ਉਹ ਬਹੁਤ ਵਜ੍ਹਾ ਕਿਹਾ, ਬਿਲਕੁਲ ਠੀਕ ਕਿਹਾ, ਇਸ 'ਚ ਕੋਈ ਅਤਕਥਨੀ ਨਹੀਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋਰ ਵੀ ਜਗ੍ਹਾ 'ਤੇ ਜਾਂਦੇ ਰਹਿਣਗੇ ਔਰ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਹੈ ਇਸ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਬੋਲਦੇ ਰਹਿਣਗੇ, ਕਿਉਂਕਿ ਵਜ੍ਹਾ ਹੀ ਐਡੀ ਜਿਹੜੀ ਹੈ ਉਹ ਮਜ਼ਬੂਤ ਹੈ। ਤੋ ਬਿਲਕੁਲ ਮੈਂ ਸਹਿਮਤ ਹਾਂ ਉਹਨਾਂ ਦੀ ਇਸ ਗੱਲ ਦੇ ਨਾਲ। ਤਾਂ ਅਗਲੀ ਖਬਰ ਤੇ ਲਾਸਟ ਖਬਰ ਲੈਂਦੇ ਹਾਂ, ਪਾਕਿਸਤਾਨ ਤੋਂ ਹੈ, ਲਹਿੰਦੇ ਪੰਜਾਬ ਤੋਂ ਹੈ। ਅੱਜ ਪੰਜਾਬੀ ਸੱਭਿਆਚਾਰ ਜਿਹੜਾ ਦਿਵਸ ਮਨਾਇਆ ਜਾ ਰਿਹਾ ਲਹਿੰਦੇ ਪੰਜਾਬ ਦੇ ਵਿੱਚ, ਕਿਵੇਂ ਦੇਖਦੇ ਹੋ ਤੇ ਕੀ ਕੁਝ ਜਿਹੜਾ ਆਪਣੇ ਇਸ ਪੰਜਾਬੀ ਸੱਭਿਆਚਾਰ ਦਾ ਇਤਿਹਾਸ ਹੈਗਾ? ਸੁਖਵਿੰਦਰ, ਜਦੋਂ ਅਸੀਂ ਪੱਛਮੀ ਪੰਜਾਬ ਦੀ ਗੱਲ ਕਰਦੇ ਹਾਂ, ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਅਸਲ 'ਚ ਪੰਜਾਬ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ, ਕਿਉਂਕਿ ਜਦੋਂ 1947 'ਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਹ ਅਸਲ ਦੇ ਵਿੱਚ ਪੰਜਾਬ ਦੀ ਹੀ ਵੰਡ ਸੀ। ਦੋ ਹੀ ਸੂਬੇ ਵੰਡੇ ਗਏ ਸੀ, ਪੰਜਾਬ ਤੇ ਬੰਗਾਲ, ਅਤੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਇਆ ਸੀ। ਬਹੁਤ ਜ਼ਿਆਦਾ ਮਾਰਕਾਟ ਹੋਈ, 10 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਹੈ ਘਰੋਂ ਬੇਘਰ ਹੋਏ। ਮੁਸਲਮਾਨ ਜਿਹੜੇ ਸੀਗੇ ਉਹ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਮਾਈਗ੍ਰੇਟ ਕੀਤੇ, ਔਰ ਹਿੰਦੂ ਔਰ ਸਿੱਖ ਜਿਹੜੇ ਹੈ ਉਹ ਲਹਿੰਦੇ ਪੰਜਾਬ ਤੋਂ ਇੱਧਰ ਵਾਲੇ ਪੰਜਾਬ ਆਏ। ਬੜਾ ਵੱਡਾ ਦੁਖਾਂਤ ਵਾਪਰਿਆ ਪੰਜਾਬ ਦੇ ਉੱਤੇ। ਐਡਾ ਵੱਡਾ ਜਿਹੜਾ ਪ੍ਰਹਾਰ ਕਿਸੇ ਵਿਦੇਸ਼ੀ ਹਮਲਾਵਰ ਨੇ ਵੀ ਨਹੀਂ ਕੀਤਾ ਸੀਗਾ, ਜਿੰਨੇ ਵੀ ਹਮਲੇ ਹੁੰਦੇ ਰਹੇ ਨੇ ਭਾਰਤ ਦੇ ਇਤਿਹਾਸ ਦੇ ਵਿੱਚ, ਜਿਹੜਾ ਕਿ ਇਸ ਵੰਡ ਨਾਲ ਪੰਜਾਬ ਦਾ ਨੁਕਸਾਨ ਹੋਇਆ। ਸਭ ਤੋਂ ਵੱਡਾ ਨੁਕਸਾਨ ਬੋਲੀ ਔਰ ਸੱਭਿਆਚਾਰ ਦਾ ਹੋਇਆ, ਲੋਕਾਂ ਦਾ ਤਾਂ ਹੋਇਆ ਹੀ ਹੋਇਆ ਜੀ, ਕਿਉਂਕਿ ਪੰਜਾਬ ਜਿਹੜਾ ਭਾਰਤ ਦੇ ਵਿੱਚ ਆਇਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬੀ ਭਾਸ਼ਾ, ਇੱਥੇ ਵੀ ਉਸ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਲਈ ਬਹੁਤ ਜਦੋਜਹਿਦ ਕਰਨੀ ਪਈ, ਬੜਾ ਵਿਰੋਧ ਹੋਇਆ। ਇਹ ਸਾਰਾ ਮਾਮਲਾ ਸੰਪਰਦਾਇਕ ਬਣ ਗਿਆ। ਪੰਜਾਬ ਦੀ ਜਿਹੜੇ ਹਿੰਦੂ ਸੀ ਉਹਨਾਂ ਨੂੰ ਭੜਕਾਇਆ ਗਿਆ ਕਿ ਉਹ ਪੰਜਾਬੀ ਭਾਸ਼ਾ ਨੂੰ ਜਿਹੜਾ ਆਪਣੀ ਮਾਤ ਭਾਸ਼ਾ ਨਾ ਕਹਿਣ ਔਰ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਕਹਿਣ। ਕੈਰੋਂ ਸਾਹਿਬ ਦੇ ਟਾਈਮ 'ਤੇ ਬਹੁਤ ਵੱਡਾ ਆਰੀਆ ਸਮਾਜੀਆਂ ਨੇ ਇਸ ਅੰਦੋਲਨ ਦੀ ਪੈਰਵੀ ਕੀਤੀ, ਲੇਕਿਨ ਉਹਨਾਂ ਨੇ ਦਬਾਈ ਰੱਖਿਆ। ਲੇਕਿਨ ਬਾਅਦ ਦੇ ਵਿੱਚ ਕੁਝ ਰਾਜਨੀਤਿਕ ਕਾਰਨਾਂ ਕਰਕੇ ਪੰਜਾਬੀ ਸੂਬੇ ਦੀ ਫੇਰ ਵੰਡ ਹੋਈ, ਔਰ ਹਾਲਾਂਕਿ ਕਿਹਾ ਜਾਂਦਾ ਕਿ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਾਇਆ ਗਿਆ, ਪਰ ਸਪਸ਼ਟ ਇਹ ਹੈ ਕਿ ਉਹ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਇੱਕ ਪੰਜਾਬੀ ਸੂਬਾ ਬਣਾ ਦਿੱਤਾ ਗਿਆ। ਸਿੱਖ ਮੈਜੋਰਿਟੀ ਸਟੇਟ ਜਿਹੜੀ ਹੈ ਉਹ ਬਣੀ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਸਨੱਬ ਕੀਤਾ ਗਿਆ। ਪੰਜਾਬ ਦੇ ਜਿਹੜੇ ਬਾਕੀ 3 ਮਹੱਤਵਪੂਰਨ ਸੂਬੇ ਨੇ, ਖੈਬਰ ਪਖਤੂਨਖਵਾ, ਬਲੋਚਿਸਤਾਨ ਤੇ ਸਿੰਧ, ਉੱਥੇ ਆਪਣੀ ਜਿਹੜੀ ਉਹਨਾਂ ਦੀ ਖੇਤਰੀ ਭਾਸ਼ਾ ਹੈ ਉਹ ਭਾਸ਼ਾ ਉੱਥੇ ਪੜ੍ਹਾਈ ਜਾਂਦੀ ਹੈ। ਉੱਥੋਂ ਦੀਆਂ ਅਸੈਂਬਲੀਜ਼ ਦੇ ਵਿੱਚ ਤੁਸੀਂ ਉਸ ਭਾਸ਼ਾ ਦੇ ਵਿੱਚ ਬੋਲ ਸਕਦੇ ਹੋ। ਲੇਕਿਨ ਪੰਜਾਬ ਜਿਹੜਾ ਹੈ ਉੱਥੋਂ ਦਾ ਜਿਹਦੀ 9 ਕਰੋੜ ਤੋਂ ਵਧੇਰੇ ਆਬਾਦੀ ਹੈ ਇਸ ਵੇਲੇ, ਲਾਹੌਰ ਜਿਸ ਦੀ ਰਾਜਧਾਨੀ ਹੈ, ਉੱਥੇ ਅੱਜ ਵੀ ਤੁਸੀਂ ਪੰਜਾਬ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਉੱਥੇ ਪੰਜਾਬੀ 'ਚ ਬੋਲਣ ਲਈ ਤੁਹਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ, ਕਿਉਂਕਿ ਸਰਕਾਰੀ ਕੰਮਕਾਜ ਦੀ ਭਾਸ਼ਾ ਉੱਥੇ ਉਰਦੂ ਹੈ।
ਔਰ ਪਾਕਿਸਤਾਨ ਦੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨਹੀਂ ਪੜ੍ਹਾਈ ਜਾਂਦੀ, ਬਲਕਿ ਬਹੁਤ ਸਾਰੇ ਜਿਹੜੇ ਇਲੀਟ ਸਕੂਲ ਹੈਗੇ ਆ ਉੱਥੇ, ਜਿਹੜੇ ਬਹੁਤ ਅਮੀਰਾਂ ਦੇ ਸਕੂਲ ਹੈ, ਉੱਥੇ ਪੰਜਾਬੀ ਬੋਲਣ ਤੇ ਪਾਬੰਦੀ ਹੈ। ਜੇ ਬੱਚਾ ਉੱਥੇ ਕੋਈ ਪੰਜਾਬੀ ਬੋਲਦਾ ਹੈ ਤੇ ਉਸ ਨੂੰ ਫਾਈਨ ਜਿਹੜਾ ਹੈ ਲਗਾਇਆ ਜਾਂਦਾ। ਔਰ ਬੜੀ ਵਾਰੀ ਉੱਥੇ ਜਿਹੜਾ ਹੈ ਪੰਜਾਬੀ ਦੇ ਜਿਹੜੇ ਖੈਰਖਵਾਹ ਨੇ ਉਹਨਾਂ ਨੇ ਰੈਲੀਆਂ ਕੀਤੀਆਂ ਨੇ। ਲੇਕਿਨ ਪਿਛਲੇ ਕੋਈ ਤਕਰੀਬਨ ਇੱਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਕਿ ਪਾਕਿਸਤਾਨ ਦੇ ਪੰਜਾਬੀਆਂ ਨੂੰ ਇਸ ਚੀਜ਼ ਦੀ ਸਮਝ ਆਉਣ ਲੱਗ ਗਈ ਕਿ ਸਾਡੀ ਭਾਸ਼ਾ ਤਾਂ ਅਸੀਂ ਆਪ ਹੀ ਨਹੀਂ ਬੋਲਦੇ, ਆਪ ਹੀ ਨਹੀਂ ਪੜ੍ਹਦੇ। ਸਾਡੀ ਪਹਿਚਾਣ ਤਾਂ ਸਾਡਾ ਪੰਜਾਬੀ ਸੱਭਿਆਚਾਰ ਔਰ ਸਾਡੀ ਭਾਸ਼ਾ ਹੈ ਔਰ ਸਾਡਾ ਹੀਰੋ ਹੈ। ਤੁਸੀਂ ਦੇਖਦੇ ਹੋਵੋਗੇ ਕਿ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਉਹਨਾਂ ਦੀ ਸ਼ਹਾਦਤ ਦਾ ਦਿਵਸ ਹੈ ਔਰ ਉਹਨਾਂ ਦਾ ਜਨਮ ਦਿਨ ਹੈ, ਉਸ ਲਹਿੰਦੇ ਪੰਜਾਬ 'ਚ ਵੀ ਉਨੀ ਹੀ ਸ਼ਿੱਦਤ ਨਾਲ ਮਨਾਇਆ ਜਾਂਦਾ ਜਿਵੇਂ ਅਸੀਂ ਮਨਾ ਰਹੇ ਹਾਂ। ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਬੰਗਾ, ਜਿਹੜਾ ਲਾਇਲਪੁਰ ਜ਼ਿਲ੍ਹਾ ਜਿਹਨੂੰ ਅੱਜ ਕੱਲ੍ਹ ਫੈਸਲਾਬਾਦ ਕਿਹਾ ਜਾਂਦਾ ਹੈ, ਉੱਥੇ ਮੇਲਾ ਲੱਗਦਾ ਹੈ ਔਰ ਉੱਥੋਂ ਦੇ ਬੜੇ ਐਕਟਿਵਿਸਟ ਨੇ। ਇਮਤਿਆਜ਼ ਰਾਸ਼ਿਦ ਕੁਰੈਸ਼ੀ ਇੱਕ ਉੱਥੋਂ ਦੇ ਬੜੇ ਮੰਨੇ ਪਰਮੰਨੇ ਵਕੀਲ ਨੇ ਜਿਹੜੇ ਉਹ ਇਸ ਸਾਰੀ ਮੂਵਮੈਂਟ ਨੂੰ ਚਲਾਉਂਦੇ ਨੇ। ਇਸੇ ਤਰ੍ਹਾਂ ਜਿਹੜਾ ਹੈ ਤੌਹੀਦ ਅਹਿਮਦ ਚੱਠਾ ਔਰ ਦੂਸਰੇ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਉੱਥੋਂ ਦੇ ਜਿਹੜੇ ਐਕਟਿਵਿਸਟ ਨੇ, ਉਹ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਆ, ਪੰਜਾਬੀ ਦੀ ਗੱਲ ਕਰਦੇ ਆ। ਲੋਹੜੀ ਦਾ ਮੇਲਾ ਮਨਾਇਆ ਜਾਂਦਾ। ਯਾਨੀ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨੀ ਪੰਜਾਬ ਦੇ ਲੋਕਾਂ ਨੂੰ ਹੌਲੀ ਹੌਲੀ ਇਸ ਚੀਜ਼ ਦੀ ਸਮਝ ਆਉਣੀ ਸ਼ੁਰੂ ਹੋ ਗਈ ਕਿ ਪੰਜਾਬੀ ਸੱਭਿਆਚਾਰ ਔਰ ਪੰਜਾਬੀ ਬੋਲੀ ਜਿਹੜੀ ਹੈ ਉਹ ਅਸੀਂ ਉਸ 'ਤੇ ਜੇ ਨਾ ਗਏ ਤਾਂ ਅਸੀਂ ਤਾਂ ਖਤਮ ਹੋ ਜਾਵਾਂਗੇ। ਅਸੀਂ ਕਿਉਂ, ਉਰਦੂ ਉਹਨਾਂ ਦੀ ਠੀਕ ਹੈ ਨੈਸ਼ਨਲ ਜ਼ੁਬਾਨ ਹੈ, ਜਿਸ ਤਰ੍ਹਾਂ ਸਾਡੇ ਹਿੰਦੀ ਹੈ। ਨਾ ਉਹ ਉਰਦੂ ਦੇ ਵਿਰੋਧੀ ਨੇ, ਨਾ ਅਸੀਂ ਹਿੰਦੀ ਦੇ ਵਿਰੋਧੀ ਹਾਂ। ਸਾਡਾ ਕਹਿਣਾ ਕਿ ਸਾਡੇ ਆਪਣੇ ਖਿੱਤੇ 'ਚ ਤਾਂ ਪੰਜਾਬੀ ਬੋਲੀ ਜਾਏ। ਇਸੇ ਤਰ੍ਹਾਂ ਉਹਨਾਂ ਦਾ ਕਹਿਣਾ ਕਿ ਸਾਡੀ ਆਪਣੀ ਸਟੇਟ 'ਚ ਪੰਜਾਬੀ ਪੜ੍ਹਾਈ ਜਾਏ। ਸਾਨੂੰ ਇਸ ਪੜ੍ਹਨ ਤੋਂ ਕਿਉਂ ਰੋਕਿਆ ਜਾ ਰਿਹਾ, ਜਾਂ ਅਸੀਂ ਅਸੈਂਬਲੀ 'ਚ ਕਿਉਂ ਪੰਜਾਬੀ ਦੇ ਵਿੱਚ ਨਹੀਂ ਬੋਲ ਸਕਦੇ। ਸੋ ਇਸ ਚਲਦੇ ਚਲਦੇ ਇਹ ਡਿਮਾਂਡ ਜਿਹੜੀ ਹੈ ਹੌਲੀ ਹੌਲੀ ਜ਼ੋਰ ਫੜ ਰਹੀ ਹੈ। ਤੇ ਅੱਜ ਇੱਕ ਬੜੀ ਚੰਗੀ ਖਬਰ ਜਿਹੜੀ ਹੈ ਪਿਛਲੇ ਕੁਝ ਦਿਨਾਂ ਤੋਂ ਆਈ ਕਿ ਪੰਜਾਬ ਸਰਕਾਰ ਨੇ, ਯਾਨੀ ਲਹਿੰਦੇ ਪੰਜਾਬ ਦੀ ਸਰਕਾਰ ਨੇ, ਉਸਮਾਨ ਬੁਜ਼ਦਾਰ ਉੱਥੋਂ ਦੇ ਵਜ਼ੀਰ ਆਲਾ ਹੈਗੇ ਨੇ, ਮੁੱਖ ਮੰਤਰੀ ਹੈਗੇ ਨੇ, ਉਹਨਾਂ ਨੇ ਚੌਧਰੀ ਸਰਵਰ ਉੱਥੋਂ ਦੇ ਗਵਰਨਰ ਹੈ, ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਸਰਕਾਰ ਦੇ ਸਰਕਾਰੀ ਤੌਰ ਦੇ ਉੱਤੇ ਇੱਕ ਆਰਡਰ ਆਇਆ ਕਿ 14 ਮਾਰਚ ਨੂੰ ਪੰਜਾਬੀ ਸੱਭਿਆਚਾਰ ਦਿਵਸ ਜਿਹੜਾ ਹੈ ਉਹ ਅੱਜ ਉੱਥੇ ਮਨਾਇਆ ਜਾ ਰਿਹਾ। ਯਾਨੀ ਅੱਜ ਉੱਥੇ ਸੱਭਿਆਚਾਰ ਦਿਵਸ ਮਨਾਇਆ ਜਾ ਰਿਹਾ। ਔਰ ਅੱਜ ਦੇ ਲਈ ਇੱਕ ਖਾਸ ਆਰਡਰ ਜਿਹੜਾ ਹੈ ਸਰਕਾਰ ਵੱਲੋਂ ਆਇਆ ਕਿ ਜਿੰਨੇ ਵੀ ਸਰਕਾਰੀ ਅਧਿਕਾਰੀ ਹੈਗੇ ਨੇ, ਜਿਸ ਵੀ ਲੈਵਲ ਦੇ ਉੱਤੇ ਹੈਗੇ ਨੇ, ਉਹ ਪੱਗਾਂ ਬੰਨ੍ਹ ਕੇ ਆਪਣੇ ਆਪਣੇ ਦਫ਼ਤਰਾਂ 'ਚ ਜਾਣਗੇ। ਕਿਉਂਕਿ ਪੱਗ ਦਾ ਸੰਬੰਧ ਜਿਹੜਾ ਹੈ, ਪੱਗ ਜਿਹੜੀ ਹੈ ਪੰਜਾਬੀ ਕਲਚਰ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੈ। ਇਹ ਠੀਕ ਹੈ ਕਿ ਅਸੀਂ ਪੱਗ ਨੂੰ ਹੁਣ ਪੰਜਾਬ ਦੇ ਵਿੱਚ ਅਸੀਂ ਸਿੱਖ ਧਰਮ ਨਾਲ ਜੋੜ ਰਹੇ ਹਾਂ, ਲੇਕਿਨ ਪੰਜਾਬ ਦੇ ਵਿੱਚ ਜਿਹੜੇ ਹੈ ਹਰ ਧਰਮ ਦੇ ਲੋਕ, ਜਦੋਂ ਸਿੱਖ ਧਰਮ ਪੈਦਾ ਵੀ ਨਹੀਂ ਹੋਇਆ ਸੀ ਉਦੋਂ ਵੀ ਲੋਕ ਜਿਹੜੇ ਹੈ ਪੱਗ ਬੰਨ੍ਹਦੇ ਸੀ। ਪੱਗ ਨੂੰ ਜਿਹੜਾ ਹੈ ਉਹ ਪਗੜੀ ਨੂੰ ਇੱਜ਼ਤ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਔਰ ਪਗੜੀ ਜਿਹੜੀ ਹੈ ਤੁਹਾਡੇ ਸਟੇਟਸ ਦਾ ਸਿੰਬਲ ਹੁੰਦਾ ਸੀ। ਜਿਹੜੇ ਖਾਸ ਤੌਰ 'ਤੇ ਰੱਜੇ ਪੁੱਜੇ ਲੋਕ ਸੀਗੇ ਉਹ ਤੁਰਲੇ ਵਾਲੀ ਪਗੜੀ ਜਿਹੜੀ ਹੈ ਬੰਨ੍ਹਦੇ ਸੀ। ਇਸੇ ਤਰ੍ਹਾਂ ਪਗੜੀ ਦੇ ਵਿੱਚ ਕੁੱਲਾ ਲਗਾਇਆ ਜਾਂਦਾ ਸੀ ਔਰ ਜਿਹੜੇ ਅਮੀਰ ਲੋਕ ਹੈ ਉਹ ਸੋਨੇ ਦਾ ਕੁੱਲਾ ਜਿਹੜਾ ਹੈ ਟੋਪੀ ਪੱਗ ਦੇ ਵਿੱਚ ਲੱਗਦੀ ਸੀ, ਨਜ਼ਰ ਆਉਂਦੀ ਹੁੰਦੀ ਸੀ ਔਰ ਤੁਰਲੇ ਵਾਲੀ ਪੱਗ ਬੰਨ੍ਹਦੇ ਸੀ। ਤੋਂ ਪੱਗ ਤੋਂ ਬਿਨਾਂ ਜਿਹੜਾ ਹੈ ਕੋਈ ਵੀ ਵਿਅਕਤੀ ਜੇ ਕੋਈ ਹੁੰਦਾ ਸੀ ਤਾਂ ਉਹ ਸਮਝਿਆ ਜਾਂਦਾ ਸੀ ਕਿ ਉਹ ਲੋਅਰ ਸਟੇਟਸ ਦਾ ਵਿਅਕਤੀ ਹੈ। ਤੋਂ ਅੱਜ ਜਿਹੜਾ ਹੈ ਉਹ ਪੰਜਾਬੀ ਸੱਭਿਆਚਾਰ ਦਿਵਸ ਸਾਰੇ ਪੰਜਾਬ 'ਚ, ਲਹਿੰਦੇ ਪੰਜਾਬ 'ਚ ਮਨਾਇਆ ਜਾ ਰਿਹਾ ਹੈ ਇਸ ਤਰੀਕੇ ਨਾਲ। ਔਰ ਅੱਜ ਬਹੁਤ ਸਾਰੀਆਂ ਉੱਥੇ ਰੈਲੀਜ਼ ਹੋਣਗੀਆਂ, ਕਾਨਫਰੰਸਿਸ ਹੋਣਗੀਆਂ, ਜਿੱਥੇ ਪੰਜਾਬੀ ਦੇ ਜਿਹੜੇ ਉਹਨਾਂ ਦੇ ਸਰਕਰਤਾ ਲੋਕ ਨੇ, ਲਿਖਾਰੀ ਨੇ, ਬਹੁਤ ਵੱਡੇ ਵੱਡੇ ਉਹਨਾਂ ਨੇ ਜਿਹੜੇ ਹੈ ਲਿਖਾਰੀ ਪੈਦਾ ਕੀਤੇ ਨੇ। ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਇੱਕ ਚੀਜ਼ ਦੀ ਪਹਿਚਾਣ ਫਿਰ ਤੋਂ ਜਿਹੜੀ ਜ਼ੋਰ ਫੜਦੀ ਜਾ ਰਹੀ ਹੈ ਕਿ ਪੰਜਾਬੀ ਜਿਹੜੀ ਹੈਗੀ ਹੈ ਉਸ ਦੀਆਂ ਦੋ ਲਿਪੀਆਂ ਨੇ, ਸ਼ਾਹਮੁਖੀ ਲਿਪੀ ਔਰ ਦੂਸਰੀ ਗੁਰਮੁਖੀ ਲਿਪੀ। ਔਰ ਇਹਨਾਂ ਦੋਨਾਂ ਲਿਪੀਆਂ ਦੇ ਵਿੱਚ ਪੰਜਾਬੀ ਦਾ ਵਿਕਾਸ ਹੋਣਾ ਚਾਹੀਦਾ ਹੈ। ਔਰ ਲਹਿੰਦੇ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਸਿੱਖਣ ਵਾਲੇ ਲੋਕ ਜਿਹੜੇ ਹੈ ਉਹਨਾਂ ਦੀ ਤਾਦਾਦ ਹੌਲੀ ਹੌਲੀ ਵੱਧਦੀ ਜਾ ਰਹੀ ਹੈ। ਅਨਫੋਰਚੂਨੇਟਲੀ ਸਾਡੇ ਪੰਜਾਬ ਦੇ ਵਿੱਚ ਸ਼ਾਹਮੁਖੀ ਲਿਪੀ ਜਿਹੜੀ ਹੈ ਉਹ ਨਹੀਂ ਪੜ੍ਹਾਈ ਜਾਂਦੀ। ਇੱਥੋਂ ਤੱਕ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ MA ਪੰਜਾਬੀ ਵੀ ਲੋਕ ਕਰਦੇ ਨੇ ਯੂਨੀਵਰਸਿਟੀਜ਼ ਤੋਂ, ਉਹਨਾਂ ਲਈ ਜ਼ਰੂਰੀ ਨਹੀਂ ਹੈ ਕਿ ਸ਼ਾਹਮੁਖੀ ਲਿਪੀ ਉਹ ਜਾਣਨ। ਹਾਲਾਂਕਿ ਪੰਜਾਬੀਆਂ ਦੀ ਜਿਹੜੀ 2/3 ਵਸੋਂ ਹੈ ਉਹ ਗੁਰਮੁਖੀ ਲਿਪੀ ਨਹੀਂ ਪੜ੍ਹ ਸਕਦੀ, ਸ਼ਾਹਮੁਖੀ ਲਿਪੀ ਪੜ੍ਹ ਸਕਦੀ ਹੈ। ਜਿਹੜੇ ਪੰਜਾਬੀ ਪਾਕਿਸਤਾਨੀ ਨੇ ਉਹ ਗੁਰਮੁਖੀ ਲਿਪੀ ਬਹੁਤੀ ਨਹੀਂ ਜਾਣਦੇ। ਇਸੇ ਤਰ੍ਹਾਂ ਸਾਡੀ ਪ੍ਰੋਬਲਮ ਹੈ ਕਿ ਅਸੀਂ ਸ਼ਾਹਮੁਖੀ ਲਿਪੀ ਨਹੀਂ ਜਾਣਦੇ। ਤੋਂ ਪਾਕਿਸਤਾਨੀ ਪੰਜਾਬ 'ਚ ਜੋ ਵੀ ਕੋਈ ਲਿਟਰੇਚਰ ਛਪ ਰਿਹਾ ਪੰਜਾਬੀ ਭਾਸ਼ਾ ਦਾ, ਜੋ ਕੁਝ ਵੀ ਹੋ ਰਿਹਾ, ਉਹ ਅਸੀਂ ਉਦੋਂ ਤੱਕ ਨਹੀਂ ਪੜ੍ਹ ਸਕਦੇ ਜਦੋਂ ਤੱਕ ਉਹ ਗੁਰਮੁਖੀ ਲਿਪੀ ਦੇ ਵਿੱਚ ਨਾ ਆਵੇ। ਤੋਂ ਇਹਨਾਂ ਸਾਰੀਆਂ ਜਿਹੜੀਆਂ ਗੱਲਾਂ ਦੇ ਮੱਦੇਨਜ਼ਰ ਜਿਹੜੀ ਇਹ ਡਿਵੈਲਪਮੈਂਟ ਉੱਥੇ ਹੋ ਰਹੀ ਹੈ ਅੱਜ, ਇਸ ਦਾ ਬਹੁਤ ਬੜਾ ਸਵਾਗਤ ਕੀਤਾ ਜਾਣਾ ਚਾਹੀਦਾ। ਦਿਲ ਬਹੁਤ ਖੁਸ਼ ਹੋ ਰਿਹਾ ਹੈ ਬਤੌਰ ਪੰਜਾਬੀ, ਬਹੁਤ ਖੁਸ਼ੀ ਹੋ ਰਹੀ ਹੈ ਕਿ ਚਲੋ ਸਾਡੇ ਉਹ ਲੋਕ, ਸਾਡੇ ਭਰਾ ਭੈਣ ਜਿਨ੍ਹਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ, ਖੂਨ ਦਾ ਰਿਸ਼ਤਾ ਹੈ, ਉਹਨਾਂ ਨੂੰ ਅਹਿਸਾਸ ਹੋਇਆ ਕਿ ਸਾਡੀ ਪਛਾਣ, ਸਾਡਾ ਜਿਹੜਾ ਹੈ ਸੱਭਿਆਚਾਰ ਹੈ, ਸਾਡਾ ਧਰਮ ਜਿਹੜਾ ਉਹ ਬਹੁਤ ਬਾਅਦ 'ਚ ਆਉਂਦਾ ਹੈ। ਸੱਭਿਆਚਾਰ, ਬੋਲੀ ਅਤੇ ਵਿਰਸਾ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਜਿਹੜੀ ਹੈ ਪੰਜਾਬੀਅਤ ਇਸੇ ਤਰ੍ਹਾਂ ਹੀ ਖੜੀ ਹੋਏਗੀ ਸਾਰੀ ਦੁਨੀਆ ਦੇ ਵਿੱਚ। ਅਤੇ ਇਸ ਕਰਕੇ ਬਹੁਤ ਸਵਾਗਤਯੋਗ, ਬਹੁਤ ਸ਼ਲਾਘਾਯੋਗ ਕਦਮ ਹੈ।
ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਮੂਵਮੈਂਟ ਹੈ ਉੱਥੇ ਵੀ ਜ਼ੋਰ ਫੜੇਗੀ ਔਰ ਸਾਨੂੰ ਵੀ ਸਾਡੇ ਆਪਣੇ ਪੰਜਾਬ ਦੇ ਵਿੱਚ ਸਾਡੇ 'ਚ ਜੋ ਕਮੀਆਂ ਪੇਸ਼ੀਆਂ ਨੇ, ਜੋ ਅਸੀਂ ਸੱਭਿਆਚਾਰ ਦਾ ਜਿਹੜਾ ਇੱਥੇ ਕਈ ਚੀਜ਼ਾਂ ਖਰਾਬ ਹੋਈਆਂ, ਸਾਡੀਆਂ ਭਾਸ਼ਾ ਦੇ ਵਿੱਚ ਕਈ ਕੁਝ ਖਰਾਬ ਹੋਇਆ, ਅਸੀਂ ਜਿਹੜਾ ਹੈ ਉਰਦੂ ਔਰ ਜਿਹੜੀ ਸ਼ਾਹਮੁਖੀ ਲਿਪੀ ਤੋਂ ਮੁਨਕਰ ਹੋਏ ਹਾਂ। ਮੇਰਾ ਖਿਆਲ ਹੈ ਕਿ ਅਸੀਂ ਉਸ ਪਾਸੇ ਨੂੰ ਮੁੜਾਂਗੇ ਔਰ ਇੱਕ ਬਹੁਤ ਹੀ ਚੰਗਾ ਔਰ ਸਿਹਤਮੰਦ ਪੰਜਾਬੀ ਸੱਭਿਆਚਾਰ ਜਿਹਦਾ ਸਾਰੇ ਪੰਜਾਬੀ ਦੁਨੀਆ ਦੀ ਅਕਾਸੀ ਕਰੇਗਾ, ਚਾਹੇ ਉਹ ਪੰਜਾਬੀ ਕਿਤੇ ਵੀ ਰਹਿੰਦਾ ਹੈ, ਪਾਕਿਸਤਾਨ 'ਚ ਰਹਿੰਦਾ ਹੈ, ਭਾਰਤ 'ਚ ਰਹਿੰਦਾ ਹੈ ਜਾਂ ਵਿਦੇਸ਼ਾਂ 'ਚ ਕਿਤੇ ਹੋਰ ਵੱਸਦਾ ਹੈ, ਉਹਦਾ ਧਰਮ ਚਾਹੇ ਕੋਈ ਵੀ ਹੈ, ਉਹਦੀ ਪਛਾਣ ਬਣੇਗੀ ਕਿ ਪੰਜਾਬੀ ਪੰਜਾਬੀ ਹੈ। ਉਸ ਤੋਂ ਬਾਅਦ ਉਹਦਾ ਧਰਮ ਦੇਖਿਆ ਜਾਏਗਾ ਜੇ ਉਹ ਵੀ ਲੋੜ ਪਏ ਤਾਂ। ਵੈਸੇ ਤਾਂ ਉਹਦੀ ਕੋਈ ਲੋੜ ਨਹੀਂ ਹੁੰਦੀ, ਲੋਕ ਆਪਣੀ ਬੋਲੀ ਔਰ ਸੱਭਿਆਚਾਰ ਨਾਲ ਹੀ ਪਛਾਣੇ ਜਾਣਗੇ। ਸੋ ਬੜਾ ਸਵਾਗਤ ਹੈ ਇਸ ਖਬਰ ਦਾ। ਭੋਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਔਰ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਫਿਰ ਤੋਂ ਆਪਣੇ ਪੰਜਾਬੀ ਦਰਸ਼ਕਾਂ ਨੂੰ, ਪਾਕਿਸਤਾਨ 'ਚ ਬੈਠੇ ਆਪਣੇ ਭਰਾਵਾਂ ਭੈਣਾਂ ਨੂੰ ਤੇ ਆਪਣੇ ਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਬਹੁਤ ਸਵਾਗਤ ਉਹਨਾਂ ਦਾ। ਜੀ ਧੰਨਵਾਦ।